कतल कांड का मामला आप सब ने मिल के बहुत जोरदार ढंग नाल उठाया। आप उहदे भोग ते भी गए रुद्रपुर पिछले दिनों में, और हुण ओह एक इंसाफ मार्च रखा जिहड़ा कि 13 तारीख नूं पिंड डिबडिबा तो चल के गाजीपुर बॉर्डर ते आवेगा। आप सब ने उहदे विच भी हिस्सा लेना परसों नूं 13 तारीख नूं। लेकिन इहदे दरमियान एक चंगी खबर भी आ कि नवरीत का सारा जिहड़ा मामला सी, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇੱਕ ਬਹੁਤ ਅੱਛੇ ਐਡਵੋਕੇਟ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ, ਮੈਡਮ ਵਰਿੰਦਾ ਗਰੋਵਰ, ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ। ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲ ਕਾਂਡ ਦੀ, ਗੋਲੀ ਕਾਂਡ ਦੀ, ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ, ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ, ਕੋਈ ਬਹੁਤ ਲੰਬੀ ਡੇਟ ਨਹੀਂ। ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਦ ਕੋਰਟ ਹੈਜ਼ sought a detailed status report and directed preservation of CCTV footage and other documentary and electronic evidence, and has also directed that advance copy of the status report be served on the petitioner। यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ, ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੂਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ, ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ਆਈਟੀਓ ਕ੍ਰਾਸਿੰਗ ਤੇ ਕੀ ਵਾਤਾਵਰਣ ਸੀਗਾ, ਸੀਸੀਟੀਵੀ ਜਿਹੜੇ ਕੀ ਕਹਿੰਦੇ ਨੇ, ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ। ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਹਾਲਾਂਕਿ ਇਹਦੇ ਵਿੱਚ ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ, ਜੁਡੀਸ਼ੀਅਲ ਇਨਕੁਆਇਰੀ, ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ। ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ, ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ, ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ, ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ, ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ। ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਮੀਡੀਆ 'ਚ ਵੀ ਉੱਠੀ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ ਕਤਲ ਕਾਂਡ ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ। ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ, ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ, ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ, ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ। ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ, ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਆ ਦਿੱਲੀ ਦੀ ਪੁਲਿਸ। ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ, ਆਪਣੀ ਗੱਡੀ ਦੀ ਆਰਸੀ ਲੈ ਕੇ ਆਓ। ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ, ਬੇਰਲੀ 19-20-21 ਸਾਲ ਉਹਦੀ ਉਮਰ ਹੈਗੀ ਆ। ਉਹ ਤਾਂ ਉੱਦਾਂ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ। ਤਾਂ ਇਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ, ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ, 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ। ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ, ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ, ਜਿਸ ਤਰ੍ਹਾਂ ਲੱਖਾ ਸਿਧਾਣਾ ਜੁੜਿਆ ਸੀ ਇਦਾਂ ਦੀਪ ਸਿੱਧੂ ਵੀ ਜੁੜਿਆ ਸੀ, ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ। ਤੁਸੀਂ ਸਾਰਿਆਂ ਨੇ ਦੇਖਿਆ, ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ, ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹਨਾਂ ਵਾਸਤੇ ਵੀ ਚੁਣੌਤੀ ਆ ਕਿ ਜੇ ਆਪਾਂ ਇਦਾਂ ਹੀ ਆਪਣੇ ਨੌਜਵਾਨਾਂ ਨੂੰ ਪੁਲਿਸ ਦੇ ਰਹਿਮੋ ਕਰਮ ਤੇ ਦਿੱਲੀ ਸਰਕਾਰ ਦੇ ਰਹਿਮੋ ਕਰਮ ਤੇ ਬੀਜੇਪੀ ਦੀ ਸਰਕਾਰ ਤੇ ਛੱਡ ਦਿੱਤਾ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਵੇਗੀ। ਹੋ ਸਕਦਾ ਇਹਨਾਂ ਲੋਕਾਂ ਨੂੰ, ਦੀਪ ਸਿੱਧੂ ਨੂੰ ਵੀ ਉਹਨਾਂ ਨੇ ਮੈਡੀਕਲੀ, ਫਿਜ਼ੀਕਲੀ ਟਾਰਚਰ ਕੀਤਾ ਹੋਵੇ ਜਾਂ ਮੈਂਟਲ ਟਾਰਚਰ ਕੀਤਾ ਹੋਵੇ, ਪਰ ਮੈਂ ਸਮਝਦਾ ਕਿ ਆਪਣੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਵਾ ਕਿ ਆਪਾਂ ਇਹਨਾਂ ਨੂੰ ਡਿਫੈਂਡ ਕਰੀਏ ਸਭ ਨੂੰ। ਜਿੱਦਾਂ ਅਸੀਂ ਨਵਰੀਤ ਦਾ ਕੇਸ ਅਦਾਲਤ ਵਿੱਚ ਲੈ ਕੇ ਗਏ ਆ, ਇਦਾਂ ਹੋਰ ਕੁਝ ਨਹੀਂ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ, ਇਹ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ, ਇਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ। ਇਹਨਾਂ ਨੂੰ ਪਹਿਲਾਂ ਤਾਂ ਅਪਣਾਉਣਾ ਚਾਹੀਦਾ ਵਾ। ਨਵਰੀਤ ਸਿੰਘ ਦੇ ਕਤਲ ਨੂੰ ਅੱਜ ਤੱਕ
उन्होंने हले ओन अप नहीं किया कि यह नौजवान साडे 26 तरीक के ट्रैक्टर परेड में मारिया गया। नवरीत का कोई जाती काम नहीं सीगा। इसलिए जो आप इन्हां दी पैरवाई नहीं करते तो फिर एक सेंस ऑफ डिमोरलाइजेशन जाती है पंजाब दे विच। और याद रहे कि यही नौजवान सीगे जिन्हां ने इस मौजूदा किसान अंदोलन नूं दिल्ली दी बरूहां दे उत्ते बॉर्डर दे उत्ते पहुंचाया। वरना अपने जिहड़े बुजुर्ग ते अच्छी लीडरशिप जिहड़ी मैच्योर्ड हो तां कहंदे सी असीं जिथे सानूं सरकार बिठावेगी असीं बैठ जावांगे, लेकिन पिछों नौजवानां ने धक्का मारिया ते दिल्ली दे बॉर्डर तक आपां लै गए। इसलिए उन्हां नूं दिल्ली बीजेपी सरकार दे रहमो करम ते छड्डना ਜਾਂ ਉਹਨਾਂ ਤੇ ਪਰਚੇ ਦਰਜ ਹੋ ਜਾਣੇ, ਜੇਲ੍ਹਾਂ ਵਿੱਚ ਛੁੱਟੇ ਜਾਣਾ ਤੇ ਆਪਾਂ ਉਹਨਾਂ ਦੀ ਬਾਤ ਨਾ ਪੁੱਛਣਾ, ਐਵੇਂ ਕੋਈ ਛੋਟਾ ਮੋਟਾ ਕਾਰਨ ਲੱਭ ਕੇ ਕੋਈ 2-4 ਫੋਟੋਆਂ ਲੱਭ ਕੇ ਕਿ ਜੀ ਇਹ ਸਨੀ ਦਿਓਲ ਦੇ ਨਾਲ ਫੋਟੋਆਂ ਨੇ ਜਾਂ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਟੋਆਂ, ਉਹ ਤਾਂ ਸਨੀ ਦਿਓਲ ਦਾ ਤਾਂ ਉਹ ਰਿਸ਼ਤੇਦਾਰ ਉਹ ਕਿਦੋਂ ਡਿਨਾਈ ਕਰਦਾ ਵਾ। ਇਸ ਲਈ ਉਹਨੂੰ ਗਦਾਰ ਐਲਾਨ ਦੇਣਾ ਜਾਂ ਉਸ ਨੂੰ ਬੀਜੇਪੀ ਦਾ ਏਜੰਟ ਕਹਿਣਾ, ਪਹਿਲਾਂ ਅੱਛੀ ਤਰ੍ਹਾਂ ਸਾਰੀ ਤਸਵੀਰ ਨੂੰ ਅੱਛੀ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਦਾ ਰੋਲ ਕੀ ਸੀਗਾ। ਮੈਂ ਸਮਝਦਾ ਵਾਂ ਕਿ ਉਦੋਂ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ 'ਚ ਸ਼ਰਾਰਤ ਥੋੜੀ ਦਿੱਲੀ ਪੁਲਿਸ ਦੀ ਸੀਗੀ ਕਿ ਉਹਨਾਂ ਨੇ ਜਿੱਦਾਂ ਗਾਜ਼ੀਪੁਰ ਵਾਲੇ ਸਾਈਡ ਤੋਂ ਮੈਨੂੰ ਨਵਰੀਤ ਦੇ ਜਦੋਂ ਮੈਂ ਭੋਗ ਤੇ ਗਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਿਹੜਾ ਅਸਲ ਕਿਸਾਨ ਅੰਦੋਲਨ ਦਾ ਰੂਟ ਸੀਗਾ ਉੱਥੇ ਬੈਰੀਕੇਡਿੰਗ ਕਰਤੀ ਤੇ ਸਾਨੂੰ ਸਿੱਧਾ ਚੜਾਤਾ ਆਈਟੀਓ ਕ੍ਰਾਸਿੰਗ ਵੱਲ ਨੂੰ। ਹੁਣ ਇਹ ਸਾਰਾ ਕੁਝ ਕੱਲਾ ਇੱਕ ਦੀਪ ਸਿੱਧੂ ਥੋੜੋ ਕਰਾ ਗਿਆ ਵਾ। ਉੱਥੇ ਆਪ ਮੁਹਾਰੇ ਨੌਜਵਾਨ ਪਹੁੰਚ ਗਏ ਸੀਗੇ। ਹੋ ਸਕਦਾ ਉਹਨਾਂ ਤੋਂ ਇਹਨਾਂ ਉਸ ਦੌਰਾਨ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਅਲਟੀਮੇਟਲੀ ਆ ਜਾ ਕੇ ਉਹ ਆਪਣੇ ਬੱਚੇ ਨੇ ਸਾਰੇ, ਚਾਹੇ ਉਹ ਨਵਰੀਤ ਹੈ ਤੇ ਚਾਹੇ ਉਹ ਦੀਪ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਵਾ ਤੇ ਚਾਹੇ ਕੱਲ ਇੱਕ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੁਸ਼ਿਆਰਪੁਰ ਤੋਂ ਜਾਂ ਹੋਰਨਾਂ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ, ਯਾਦ ਰੱਖਿਆ ਜਾਵੇ ਕਿ ਉਹ ਸਾਰੇ ਆਪਣੇ ਹੀ ਨੇ। ਇਸ ਲਈ ਉਹਨਾਂ ਦੀ ਹਿਫਾਜ਼ਤ ਕਰਨਾ, ਉਹਨਾਂ ਨੂੰ ਡਿਫੈਂਡ ਕਰਨਾ, ਉਹਨਾਂ ਦੀ ਲੜਾਈ ਲੜਨਾ ਇਹ ਆਪਣਾ ਨੈਤਿਕ ਫਰਜ਼ ਬਣਦਾ ਵਾ। ਇਸ ਲਈ ਅੱਜ ਦੀ ਮੈਂ ਤੁਹਾਨੂੰ ਸਿਰਫ ਖਬਰ ਦੱਸਣੀ ਸੀ ਕਿ ਨਵਰੀਤ ਦੇ ਸਿਲਸਿਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੌਗਨੀਜੈਂਸ ਲੈਂਦਿਆਂ ਹੋਇਆ 26 ਫਰਵਰੀ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਔਰ ਸੀਸੀਟੀਵੀ ਫੁਟੇਜ ਔਰ ਸਟੇਟਸ ਰਿਪੋਰਟ ਦਿੱਲੀ ਨੂੰ ਜਿਹੜੇ ਵੀ ਉਹਦੇ ਸਬੂਤ ਸੀਗੇ ਉਹ ਸਾਰੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਪਟੀਸ਼ਨਰ ਨੂੰ ਐਡਵਾਂਸ ਕਾਪੀ ਦੇਣ ਦੀ ਗੱਲ ਕਰ ਦਿੱਤੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਮੈਡਮ ਵਰਿੰਦਾ ਗਰੋਵਰ ਜਿਹੜੇ ਕਿ ਹਿਊਮਨ ਰਾਈਟਸ ਦੇ ਬੜੇ ਅੱਛੇ ਐਡਵੋਕੇਟ ਨੇ। ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਗੱਲ ਨੂੰ ਅੱਗੇ ਵਧਾਇਆ ਵਾ, ਬਲਕਿ ਜਿਹੜੇ ਹੋਰ ਵੀ ਕੋਈ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਅਮਦਾਦ ਦੀ ਲੋੜ ਹੈਗੀ ਆ ਦਿੱਲੀ ਹਾਈ ਕੋਰਟ ਵਿੱਚ ਕਿਤੇ ਵੀ, ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਇਹਨਾਂ ਅੱਛੇ ਵਕੀਲਾਂ ਦੇ ਕੋਲ ਪਹੁੰਚਾ ਸਕੀਏ ਜਿਹੜੇ ਉਹਨਾਂ ਦਾ ਕੇਸ ਸਹੀ ਢੰਗ ਦੇ ਨਾਲ ਲੜ ਸਕਣ। ਵੈਸੇ ਤਾਂ ਆਪਣੇ ਪੰਜਾਬ 'ਚ ਬਹੁਤ ਵੱਡਾ ਜੱਥਾ ਵਕੀਲਾਂ ਦਾ ਬੈਠਾ ਵਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਬਟ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੈਗੀ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਨਵਰੀਤ ਕਤਲकांड ਦਾ ਮਾਮਲਾ ਆਪਾਂ ਸਭ ਨੇ ਮਿਲ ਕੇ ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ। ਆਪਾਂ ਉਹਦੇ ਭੋਗ ਤੇ ਵੀ ਗਏ ਰੁਦਰਪੁਰ ਪਿਛਲੇ ਦਿਨਾਂ ਵਿੱਚ, ਔਰ ਹੁਣ ਉਹ ਇੱਕ ਇਨਸਾਫ ਮਾਰਚ ਰੱਖਿਆ ਜਿਹੜਾ ਕਿ 13 ਤਾਰੀਖ ਨੂੰ ਪਿੰਡ ਡਿਬਡਿਬਾ ਤੋਂ ਚੱਲ ਕੇ ਗਾਜ਼ੀਪੁਰ ਬਾਰਡਰ ਤੇ ਆਵੇਗਾ। ਆਪਾਂ ਸਭ ਨੇ ਉਹਦੇ ਵਿੱਚ ਵੀ ਹਿੱਸਾ ਲੈਣਾ ਪਰਸੋਂ ਨੂੰ 13 ਤਾਰੀਖ ਨੂੰ। ਲੇਕਿਨ ਇਹਦੇ ਦਰਮਿਆਨ ਇੱਕ ਚੰਗੀ ਖਬਰ ਵੀ ਆ ਕਿ ਨਵਰੀਤ ਦਾ ਸਾਰਾ ਜਿਹੜਾ ਮਾਮਲਾ ਸੀ, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇੱਕ ਬਹੁਤ ਅੱਛੇ ਐਡਵੋਕੇਟ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ, ਮੈਡਮ ਵਰਿੰਦਾ ਗਰੋਵਰ, ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ। ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲकांड ਦੀ, ਗੋਲੀ ਕਾਂਡ ਦੀ, ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ, ਕੋਈ ਬਹੁਤ ਲੰਬੀ ਡੇਟ ਨਹੀਂ। ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ the court has sought a detailed status report and directed preservation of CCTV footage and other documentary and electronic evidence, and has also directed that advance copy of the status report be served on the petitioner। यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੂਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ, ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ਆਈਟੀਓ ਕ੍ਰਾਸਿੰਗ ਤੇ ਕੀ ਵਾਤਾਵਰਣ ਸੀਗਾ, ਸੀਸੀਟੀਵੀ ਜਿਹੜੇ ਕੀ ਕਹਿੰਦੇ ਨੇ, ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ। ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਹਾਲਾਂਕਿ ਇਹਦੇ ਵਿੱਚ
ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ, ਜੁਡੀਸ਼ੀਅਲ ਇਨਕੁਆਇਰੀ। ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ, ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ। ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਇਹ ਮੀਡੀਆ 'ਚ ਵੀ ਉੱਠੀ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ ਕਤਲकांड ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ। ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ, ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ। ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ, ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਹੈ ਦਿੱਲੀ ਦੀ ਪੁਲਿਸ। ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ, ਆਪਣੀ ਗੱਡੀ ਦੀ ਆਰਸੀ ਲੈ ਕੇ ਆਓ। ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ, ਬੇਰਲੀ 19-20-21 ਸਾਲ ਉਹਦੀ ਉਮਰ ਹੈਗੀ ਆ। ਉਹ ਤਾਂ ਉਦਾਂ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ। ਤਾਂ ਇਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ, ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ, 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ, ਜਿਸ ਤਰ੍ਹਾਂ ਲੱਖਾ ਸਿਧਾਣਾ ਜੁੜਿਆ ਸੀ ਇਦਾਂ ਦੀਪ ਸਿੱਧੂ ਵੀ ਜੁੜਿਆ ਸੀ, ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ। ਤੁਸੀਂ ਸਾਰਿਆਂ ਨੇ ਦੇਖਿਆ ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ, ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹਨਾਂ ਵਾਸਤੇ ਵੀ ਚੁਣੌਤੀ ਆ ਕਿ ਜੇ ਆਪਾਂ ਇਦਾਂ ਹੀ ਆਪਣੇ ਨੌਜਵਾਨਾਂ ਨੂੰ ਪੁਲਿਸ ਦੇ ਰਹਿਮੋ ਕਰਮ ਤੇ ਦਿੱਲੀ ਸਰਕਾਰ ਦੇ ਰਹਿਮੋ ਕਰਮ ਤੇ ਬੀਜੇਪੀ ਦੀ ਸਰਕਾਰ ਤੇ ਛੱਡ ਦਿੱਤਾ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਵੇਗੀ। ਹੋ ਸਕਦਾ ਇਹਨਾਂ ਲੋਕਾਂ ਨੂੰ, ਦੀਪ ਸਿੱਧੂ ਨੂੰ ਵੀ ਉਹਨਾਂ ਨੇ ਮੈਡੀਕਲੀ ਫਿਜ਼ੀਕਲੀ ਟਾਰਚਰ ਕੀਤਾ ਹੋਵੇ ਜਾਂ ਮੈਂਟਲ ਟਾਰਚਰ ਕੀਤਾ ਹੋਵੇ, ਪਰ ਮੈਂ ਸਮਝਦਾ ਕਿ ਆਪਣੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਵਾ ਕਿ ਆਪਾਂ ਇਹਨਾਂ ਨੂੰ ਡਿਫੈਂਡ ਕਰੀਏ ਸਭ ਨੂੰ। ਜਿੱਦਾਂ ਅਸੀਂ ਨਵਰੀਤ ਦਾ ਕੇਸ ਅਦਾਲਤ ਵਿੱਚ ਲੈ ਕੇ ਗਏ ਆ, ਇਦਾਂ ਹੋਰ ਕੁਝ ਨਹੀਂ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਇਹ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ ਇਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ। ਇਹਨਾਂ ਨੂੰ ਪਹਿਲਾਂ ਤਾਂ ਅਪਣਾਉਣਾ ਚਾਹੀਦਾ ਵਾ। ਨਵਰੀਤ ਸਿੰਘ ਦੇ ਕਤਲ ਨੂੰ ਅੱਜ ਤੱਕ ਉਹਨਾਂ ਨੇ ਹਲੇ ਓਨਅਪ ਨਹੀਂ ਕੀਤਾ ਕਿ ਇਹ ਨੌਜਵਾਨ ਸਾਡੇ 26 ਤਰੀਕ ਦੇ ਟਰੈਕਟਰ ਪਰੇਡ ਵਿੱਚ ਮਾਰਿਆ ਗਿਆ। ਨਵਰੀਤ ਦਾ ਕੋਈ ਜ਼ਾਤੀ ਕੰਮ ਨਹੀਂ ਸੀਗਾ। ਇਸ ਲਈ ਜਦੋਂ ਆਪਾਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਤਾਂ ਫਿਰ ਇੱਕ ਸੈਂਸ ਆਫ ਡਿਮੋਰਲਾਈਜੇਸ਼ਨ ਜਾਂਦੀ ਹੈ ਪੰਜਾਬ ਦੇ ਵਿੱਚ। ਔਰ ਯਾਦ ਰਹੇ ਕਿ ਇਹੀ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਮੌਜੂਦਾ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਬਰੂਹਾਂ ਦੇ ਉੱਤੇ, ਬਾਰਡਰ ਦੇ ਉੱਤੇ ਪਹੁੰਚਾਇਆ। ਵਰਨਾ ਆਪਣੇ ਜਿਹੜੇ ਬਜ਼ੁਰਗ ਤੇ ਅੱਛੀ ਲੀਡਰਸ਼ਿਪ ਜਿਹੜੀ ਮੈਚੁਰਡ, ਉਹ ਤਾਂ ਕਹਿੰਦੇ ਸੀ ਅਸੀਂ ਜਿੱਥੇ ਸਾਨੂੰ ਸਰਕਾਰ ਬਿਠਾਵੇਗੀ ਅਸੀਂ ਬੈਠ ਜਾਵਾਂਗੇ, ਲੇਕਿਨ ਪਿੱਛੋਂ ਨੌਜਵਾਨਾਂ ਨੇ ਧੱਕਾ ਮਾਰਿਆ ਤੇ ਦਿੱਲੀ ਦੇ ਬਾਰਡਰ ਤੱਕ ਆਪਾਂ ਲੈ ਗਏ। ਇਸ ਲਈ ਉਹਨਾਂ ਨੂੰ ਦਿੱਲੀ ਬੀਜੇਪੀ ਸਰਕਾਰ ਦੇ ਰਹਿਮੋ ਕਰਮ ਤੇ ਛੱਡਣਾ ਜਾਂ ਉਹਨਾਂ ਤੇ ਪਰਚੇ ਦਰਜ ਹੋ ਜਾਣੇ, ਜੇਲ੍ਹਾਂ ਵਿੱਚ ਛੁੱਟੇ ਜਾਣਾ ਤੇ ਆਪਾਂ ਉਹਨਾਂ ਦੀ ਬਾਤ ਨਾ ਪੁੱਛਣਾ, ਐਵੇਂ ਕੋਈ ਛੋਟਾ ਮੋਟਾ ਕਾਰਨ ਲੱਭ ਕੇ, ਕੋਈ 2-4 ਫੋਟੋਆਂ ਲੱਭ ਕੇ ਕਿ ਜੀ ਇਹ ਸਨੀ ਦਿਓਲ ਦੇ ਨਾਲ ਫੋਟੋਆਂ ਨੇ ਜਾਂ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਟੋਆਂ, ਉਹ ਤਾਂ ਸਨੀ ਦਿਓਲ ਦਾ ਤਾਂ ਉਹ ਰਿਸ਼ਤੇਦਾਰ ਉਹ ਕਿਦੋਂ ਡਿਨਾਈ ਕਰਦਾ ਵਾ। ਇਸ ਲਈ ਉਹਨੂੰ ਗਦਾਰ ਐਲਾਨ ਦੇਣਾ ਜਾਂ ਉਸ ਨੂੰ ਬੀਜੇਪੀ ਦਾ ਏਜੰਟ ਕਹਿਣਾ, ਪਹਿਲਾਂ ਅੱਛੀ ਤਰ੍ਹਾਂ ਸਾਰੀ ਤਸਵੀਰ ਨੂੰ ਅੱਛੀ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਦਾ ਰੋਲ ਕੀ ਸੀਗਾ। ਮੈਂ ਸਮਝਦਾ ਵਾਂ ਕਿ ਉਦੋਂ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ 'ਚ ਸ਼ਰਾਰਤ ਥੋੜੀ ਦਿੱਲੀ ਪੁਲਿਸ ਦੀ ਸੀਗੀ ਕਿ ਉਹਨਾਂ ਨੇ ਜਿੱਦਾਂ ਗਾਜ਼ੀਪੁਰ ਵਾਲੇ ਸਾਈਡ ਤੋਂ ਮੈਨੂੰ ਨਵਰੀਤ ਦੇ ਜਦੋਂ ਮੈਂ ਭੋਗ ਤੇ ਗਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਿਹੜਾ ਅਸਲ ਕਿਸਾਨ ਅੰਦੋਲਨ ਦਾ ਰੂਟ ਸੀਗਾ ਉੱਥੇ ਬੈਰੀਕੇਡਿੰਗ ਕਰਤੀ ਤੇ ਸਾਨੂੰ ਸਿੱਧਾ ਚੜਾਤਾ ITO ਕ੍ਰਾਸਿੰਗ ਵੱਲ ਨੂੰ। ਹੁਣ ਇਹ ਸਾਰਾ ਕੁਝ ਕੱਲਾ ਇੱਕ ਦੀਪ ਸਿੱਧੂ ਥੋੜੋ ਕਰਾ ਗਿਆ ਵਾ, ਉੱਥੇ ਆਪ ਮੁਹਾਰੇ ਨੌਜਵਾਨ ਪਹੁੰਚ ਗਏ ਸੀਗੇ। ਹੋ ਸਕਦਾ ਉਹਨਾਂ ਤੋਂ ਇਹਨਾਂ ਉਸ ਦੌਰਾਨ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਅਲਟੀਮੇਟਲੀ ਆ ਜਾ ਕੇ ਉਹ ਆਪਣੇ ਬੱਚੇ ਨੇ ਸਾਰੇ, ਚਾਹੇ ਉਹ ਨਵਰੀਤ ਹੈ ਤੇ ਚਾਹੇ ਉਹ ਦੀਪ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਵਾ ਤੇ ਚਾਹੇ ਕੱਲ ਇੱਕ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੁਸ਼ਿਆਰਪੁਰ ਤੋਂ ਜਾਂ ਹੋਰਨਾਂ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ। ਯਾਦ ਰੱਖਿਆ ਜਾਵੇ ਕਿ ਉਹ ਸਾਰੇ ਆਪਣੇ ਹੀ ਨੇ। ਇਸ ਲਈ ਉਹਨਾਂ ਦੀ ਹਿਫਾਜ਼ਤ ਕਰਨਾ, ਉਹਨਾਂ ਨੂੰ ਡਿਫੈਂਡ ਕਰਨਾ, ਉਹਨਾਂ ਦੀ ਲੜਾਈ ਲੜਨਾ ਇਹ ਆਪਣਾ ਨੈਤਿਕ ਫਰਜ਼ ਬਣਦਾ ਵਾ। ਇਸ ਲਈ ਅੱਜ ਦੀ ਮੈਂ ਤੁਹਾਨੂੰ ਸਿਰਫ ਖਬਰ ਦੱਸਣੀ ਸੀ ਕਿ ਨਵਰੀਤ ਦੇ ਸਿਲਸਿਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੌਗਨੀਜੈਂਸ ਲੈਂਦਿਆਂ ਹੋਇਆ 26 ਫਰਵਰੀ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਔਰ CCTV ਫੁਟੇਜ ਔਰ ਸਟੇਟਸ ਰਿਪੋਰਟ
ਦਿੱਲੀ ਨੂੰ ਜਿਹੜੇ ਵੀ ਉਹਦੇ ਸਬੂਤ ਸੀਗੇ ਉਹ ਸਾਰੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਪਟੀਸ਼ਨਰ ਨੂੰ ਐਡਵਾਂਸ ਕਾਪੀ ਦੇਣ ਦੀ ਗੱਲ ਕਰ ਦਿੱਤੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਮੈਡਮ ਵਰਿੰਦਾ ਗਰੋਵਰ ਜਿਹੜੇ ਕਿ ਹਿਊਮਨ ਰਾਈਟਸ ਦੇ ਬੜੇ ਅੱਛੇ ਐਡਵੋਕੇਟ ਨੇ। ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਗੱਲ ਨੂੰ ਅੱਗੇ ਵਧਾਇਆ ਵਾ, ਬਲਕਿ ਜਿਹੜੇ ਹੋਰ ਵੀ ਕੋਈ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਅਮਦਾਦ ਦੀ ਲੋੜ ਹੈਗੀ ਆ ਦਿੱਲੀ ਹਾਈ ਕੋਰਟ ਵਿੱਚ ਕਿਤੇ ਵੀ, ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਇਹਨਾਂ ਅੱਛੇ ਵਕੀਲਾਂ ਦੇ ਕੋਲ ਪਹੁੰਚਾ ਸਕੀਏ ਜਿਹੜੇ ਉਹਨਾਂ ਦਾ ਕੇਸ ਸਹੀ ਢੰਗ ਦੇ ਨਾਲ ਲੜ ਸਕਣ। ਵੈਸੇ ਤਾਂ ਆਪਣੇ ਪੰਜਾਬ 'ਚ ਬਹੁਤ ਵੱਡਾ ਜੱਥਾ ਵਕੀਲਾਂ ਦਾ ਬੈਠਾ ਵਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਬਟ ਕਿਸੇ ਨੂੰ ਸਾਡੀ ਦੀ ਹੈਲਪ ਦੀ ਲੋੜ ਹੈਗੀ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਨਵਰੀਤ ਕਤਲकांड ਦਾ ਮਾਮਲਾ ਆਪਾਂ ਸਭ ਨੇ ਮਿਲ ਕੇ ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ। ਆਪਾਂ ਉਹਦੇ ਭੋਗ ਤੇ ਵੀ ਗਏ ਰੁਦਰਪੁਰ ਪਿਛਲੇ ਦਿਨਾਂ ਵਿੱਚ, ਔਰ ਹੁਣ ਉਹ ਇੱਕ ਇਨਸਾਫ ਮਾਰਚ ਰੱਖਿਆ ਜਿਹੜਾ ਕਿ 13 ਤਾਰੀਖ ਨੂੰ ਪਿੰਡ ਡਿਬਡਿਬਾ ਤੋਂ ਚੱਲ ਕੇ ਗਾਜ਼ੀਪੁਰ ਬਾਰਡਰ ਤੇ ਆਵੇਗਾ। ਆਪਾਂ ਸਭ ਨੇ ਉਹਦੇ ਵਿੱਚ ਵੀ ਹਿੱਸਾ ਲੈਣਾ ਪਰਸੋਂ ਨੂੰ 13 ਤਾਰੀਖ ਨੂੰ। ਲੇਕਿਨ ਇਹਦੇ ਦਰਮਿਆਨ ਇੱਕ ਚੰਗੀ ਖਬਰ ਵੀ ਆ ਕਿ ਨਵਰੀਤ ਦਾ ਸਾਰਾ ਜਿਹੜਾ ਮਾਮਲਾ ਸੀ, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇੱਕ ਬਹੁਤ ਅੱਛੇ ਐਡਵੋਕੇਟ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ, ਮੈਡਮ ਵਰਿੰਦਾ ਗਰੋਵਰ, ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ। ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲकांड ਦੀ, ਗੋਲੀ ਕਾਂਡ ਦੀ, ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ, ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ, ਕੋਈ ਬਹੁਤ ਲੰਬੀ ਡੇਟ ਨਹੀਂ। ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਦ ਕੋਰਟ ਹੈਜ਼ ਸੌਟ ਅ ਡਿਟੇਲਡ ਸਟੇਟਸ ਰਿਪੋਰਟ and directed preservation of CCTV footage and other documentary and electronic evidence, and has also directed that advance copy of the status report be served on the petitioner। यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ, ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੂਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ, ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ਆਈਟੀਓ ਕ੍ਰਾਸਿੰਗ ਤੇ ਕੀ ਵਾਤਾਵਰਣ ਸੀਗਾ, ਸੀਸੀਟੀਵੀ ਜਿਹੜੇ ਕੀ ਕਹਿੰਦੇ ਨੇ, ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ। ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਹਾਲਾਂਕਿ ਇਹਦੇ ਵਿੱਚ ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ, ਜੁਡੀਸ਼ੀਅਲ ਇਨਕੁਆਇਰੀ, ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ, ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ, ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ, ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਮੀਡੀਆ 'ਚ ਵੀ ਉੱਠੀ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ ਕਤਲकांड ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ। ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ, ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ, ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ, ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ। ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ, ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਹੈ ਦਿੱਲੀ ਦੀ ਪੁਲਿਸ। ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ, ਆਪਣੀ ਗੱਡੀ ਦੀ ਆਰਸੀ ਲੈ ਕੇ ਆਓ। ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ, ਬੇਅਰਲੀ 19-20-21 ਸਾਲ ਉਹਦੀ ਉਮਰ ਹੈਗੀ ਆ। ਉਹ ਤਾਂ ਉਹਦਾ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ। ਤਾਂ ਇਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ, ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ, 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ। ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ, ਜਿਸ ਤਰ੍ਹਾਂ ਲੱਖਾ ਸਿਧਾਣਾ ਜੁੜਿਆ ਸੀ ਇਦਾਂ ਦੀਪ ਸਿੱਧੂ ਵੀ ਜੁੜਿਆ ਸੀ, ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ। ਤੁਸੀਂ ਸਾਰਿਆਂ ਨੇ ਦੇਖਿਆ ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ, ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ
किसान अंदोलन के जिहड़े संचालक ने उन्हां वास्ते भी चुनौती है कि जे आपां इदां ही अपने नौजवानों नूं पुलिस के रहमो करम ते दिल्ली सरकार के रहमो करम ते बीजेपी की सरकार ते छड्ड दिता तो फिर मैं समझदा कि उन्हां दे नाल ज्यादती होवेगी। हो सकता है इन्हां लोकां नूं दीप सिद्धू नूं भी उन्होंने मैडिकली फिजिकली टॉर्चर किया होवे या मैंटल टॉर्चर किया होवे, पर मैं समझदा कि अपने सब का यह नैतिक फर्ज बनता वा कि आपां इन्हां नूं डिफेंड करिए सब नूं। जिद्दां असीं नवरीत का केस अदालत विच लैके गए हैं, इदां होर कुछ नहीं तो किसान अंदोलन के आगूआं नूं ये सारे जिहड़े नौजवान फड़े गए ने इन्हां दी पैरवाई करनी चाहिए आ। इन्हां नूं पहलां तां अपनाउणा चाहिए वा। नवरीत सिंह के कतल नूं अज तक उन्होंने हले ओनअप नहीं किया कि यह नौजवान साडे 26 तरीक के ट्रैक्टर परेड में मारिया गया। नवरीत का कोई जाती काम नहीं सीगा। इसलिए जदों आपां इन्हां दी पैरवाई नहीं करते तो फिर एक सेंस ऑफ डिमोरलाइजेशन जाती है पंजाब दे विच। और याद रहे कि यही नौजवान सीगे जिन्हां ने इस मौजूदा किसान अंदोलन नूं दिल्ली दी बरूहां दे उत्ते बॉर्डर दे उत्ते पहुंचाया। वरना अपने जिहड़े बुजुर्ग ते अच्छी लीडरशिप जिहड़ी मैच्योर्ड हो तो कहंदे सी असीं जिथे सानूं सरकार बिठावेगी असीं बैठ जावांगे, लेकिन पिछों नौजवानों ने धक्का मारिया ते दिल्ली दे बॉर्डर तक आप लै गए। इसलिए उन्हां नूं दिल्ली बीजेपी सरकार दे रहमो करम ते छड्डना या उन्हां ते परचे दर्ज हो जाने, जेलों में छुट्टे जाना ते आपां उन्हां दी बात ना पुछना, एवं कोई छोटा मोटा कारण लभ के कोई 2-4 फोटोआं लभ के कि जी ये सनी दिओल दे नाल फोटोआं ने या बीजेपी दे प्राइम मिनिस्टर दे नाल फोटोआं, वो तां सनी दिओल दा तां रिश्तेदार हो कितों डिनाई करदा वा। इसलिए उन्होंने गदार ऐलान देना या उसनूं बीजेपी का एजेंट कहना, पहला अच्छी तरह सारी तस्वीर नूं अच्छी तरह देखना चाहिए कि उसका रोल की सीगा। मैं समझदा वां कि उदन जो कुछ 26 तरीक नूं होया ਉਹਦੇ ਚ शरारत थोड़ी दिल्ली पुलिस की सी कि उन्होंने जिद्दां गाजीपुर वाले साइड तो मैनू नवरीत दे जदों मैं भोग ते गया उन्होंने दस्सिया कि सानू उन्होंने जिहड़ा असल किसान अंदोलन का रूट सीगा उत्थे बैरीकेडिंग करती ते सानू सीधा चढ़ाता ITO क्रॉसिंग वाल नूं। हुण ये सारा कुछ कल्ला एक दीप सिद्धू थोड़ो करा गया वा। उत्थे आप मुहारे नौजवान पहुंच गए सीगे। हो सकता उन्होंने तो इन्हां उस दौरान कुछ गलतियां हुईयां होणगीਆਂ, पर अल्टीमेटली आ जाके वो अपने बच्चे ने सारे, चाहे वह नवरीत है तो चाहे वह दीप सिद्धू है तो चाहे लखा सिधाणा वा तो चाहे कल एक जथेदार साहब नूं अरेस्ट किया हुशियारपुर तो या होरनां लोकां नूं जिहड़ा नामजद किया गया, याद रखा जाए कि वो सारे अपने ही ने। इसलिए उन्हां दी हिफाजत करना, उन्होंने डिफेंड करना, उन्हां दी लड़ाई लड़ना ये अपना नैतिक फर्ज बनता वा। इसलिए अज दी मैं तुहानूं सिर्फ खबर दसनी सी कि नवरीत के सिलसिले में दिल्ली हाई कोर्ट ने कॉग्निजेंस लैंदियां होया 26 फरवरी वास्ते नोटिस जारी कर दिता और CCTV फुटेज और स्टेटस रिपोर्ट दिल्ली नूं जिहड़े भी उहदे सबूत सीगे वो सारे अदालत विच पेश करन दे हुक्म दे दिते ने ते नाल पिटिशनर नूं एडवांस कॉपी देण दी गल कर दित्ती है। मैं शुक्रिया अदा करदा मैडम वरिंदा ग्रोवर जिहड़े कि ह्यूमन राइट्स से बड़े अच्छे एडवोकेट ने, उन्होंने बहुत तेजी दे नाल इह गल नूं अगे वधाया वा। बल्कि जिहड़े होर भी कोई समझदे ने कि लोकां नूं कुछ अमदाद की लोड़ हैगी है दिल्ली हाई कोर्ट विच किते भी, वो जरूर साडे तक पहुंच करन ताकि असीं उन्हां नूं सही तरीके नाल गाइड करके इन्हां अच्छे वकीलों के कोल पहुंचा सके जिहड़े उन्हां दा केस सही ढंग दे नाल लड़ सकन। वैसे तो अपने पंजाब चो बहुत वड्डा जत्था वकीलों का बैठा वा, मैं उन्हां दा भी शुक्रिया अदा करदा, बट किसी नूं साडी हेल्प की लोड़ हैगी तां तुसीं मैनूं कॉन्टैक्ट कर सकदे हो। तुहाडा सारिआं दा बहुत बहुत शुक्रिया, धन्नवाद। दोस्तों तुसीं सारे जानते हो कि नवरीत कतलकांड का मामला आपां सब ने मिल के बहुत जोरदार ढंग नाल उठाया। आपां उहदे भोग ते भी गए रुद्रपुर पिछले दिनों में, और हुण ओह एक इंसाफ मार्च रखा जिहड़ा कि 13 तारीख नूं पिंड डिबडिबा तो चल के गाजीपुर बॉर्डर ते आवेगा। आपां सब ने उहदे विच भी हिस्सा लेना परसों नूं 13 तारीख नूं। लेकिन इहदे दरमियान एक चंगी खबर भी आ कि नवरीत का सारा जिहड़ा मामला सी, असीं हरदीप सिंह जी डिबडिबा जिहड़े उहदे ग्रैंडफादर ने, असीं सब ने मिल के ते दिल्ली प्रशांत भूषण नाल सारी डिस्कशन करन तो बाद एक बहुत अच्छे एडवोकेट ने जिहड़े ह्यूमन राइट्स का काम करते हैं, मैडम वरिंदा ग्रोवर, उन्होंने साडे दिल्ली पहुंचण तक ही बहुत उन्होंने आप इस केस नाल इन्ना लगाव सीगा या इंसाफ वास्ते इन्ने वो तीबर सीगे कि उन्होंने साडे दिल्ली पहुंचण तो पहले ही पिटिशन तैयार कर ली सी। बहुत तेजी दे नाल उन्होंने दिल्ली हाई कोर्ट विच ਇਹ ਜਿਹੜੀ ਸੀ ਨਵਰੀਤ ਕਤਲकांड ਦੀ ਗੋਲੀ ਕਾਂਡ ਦੀ ਜਿਹੜਾ 26 ਜਨਵਰੀ ITO ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ, ਕੋਈ ਬਹੁਤ ਲੰਬੀ ਡੇਟ ਨਹੀਂ। ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ
the court has sought a detailed status report and directed preservation of CCTV footage and other documentary and electronic evidence, and has also directed that advance copy of the status report be served on the petitioner. यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੂਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ITO ਕ੍ਰਾਸਿੰਗ ਤੇ ਕੀ ਵਾਤਾਵਰਣ ਸੀਗਾ, CCTV ਜਿਹੜੇ ਕੀ ਕਹਿੰਦੇ ਨੇ ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ। ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਹਾਲਾਂਕਿ ਇਹਦੇ ਵਿੱਚ ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ, ਜੁਡੀਸ਼ੀਅਲ ਇਨਕੁਆਇਰੀ। ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ, ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ। ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਇਹ ਮੀਡੀਆ 'ਚ ਵੀ ਉੱਠੀ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ ਕਤਲकांड ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ। ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ, ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ। ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਆ ਦਿੱਲੀ ਦੀ ਪੁਲਿਸ। ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ, ਆਪਣੀ ਗੱਡੀ ਦੀ RC ਲੈ ਕੇ ਆਓ। ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ, ਬੇਰਲੀ 19-20-21 ਸਾਲ ਉਹਦੀ ਉਮਰ ਹੈਗੀ ਆ। ਉਹ ਤਾਂ ਉਹਦਾ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ। ਤਾਂ ਇਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ, ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ, 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ, ਜਿਸ ਤਰ੍ਹਾਂ ਲੱਖਾ ਸਿਧਾਣਾ ਜੁੜਿਆ ਸੀ ਇਦਾਂ ਦੀਪ ਸਿੱਧੂ ਵੀ ਜੁੜਿਆ ਸੀ, ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ। ਤੁਸੀਂ ਸਾਰਿਆਂ ਨੇ ਦੇਖਿਆ ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ, ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹਨਾਂ ਵਾਸਤੇ ਵੀ ਚੁਣੌਤੀ ਆ ਕਿ ਜੇ ਆਪਾਂ ਇਦਾਂ ਹੀ ਆਪਣੇ ਨੌਜਵਾਨਾਂ ਨੂੰ ਪੁਲਿਸ ਦੇ ਰਹਿਮੋ ਕਰਮ ਤੇ ਦਿੱਲੀ ਸਰਕਾਰ ਦੇ ਰਹਿਮੋ ਕਰਮ ਤੇ BJP ਦੀ ਸਰਕਾਰ ਤੇ ਛੱਡ ਦਿੱਤਾ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਵੇਗੀ। ਹੋ ਸਕਦਾ ਇਹਨਾਂ ਲੋਕਾਂ ਨੂੰ ਦੀਪ ਸਿੱਧੂ ਨੂੰ ਵੀ ਉਹਨਾਂ ਨੇ ਮੈਡੀਕਲੀ ਫਿਜ਼ੀਕਲੀ ਟਾਰਚਰ ਕੀਤਾ ਹੋਵੇ ਜਾਂ ਮੈਂਟਲ ਟਾਰਚਰ ਕੀਤਾ ਹੋਵੇ, ਪਰ ਮੈਂ ਸਮਝਦਾ ਕਿ ਆਪਣੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਵਾ ਕਿ ਆਪਾਂ ਇਹਨਾਂ ਨੂੰ ਡਿਫੈਂਡ ਕਰੀਏ ਸਭ ਨੂੰ। ਜਿੱਦਾਂ ਅਸੀਂ ਨਵਰੀਤ ਦਾ ਕੇਸ ਅਦਾਲਤ ਵਿੱਚ ਲੈ ਕੇ ਗਏ ਆ, ਇਦਾਂ ਹੋਰ ਕੁਝ ਨਹੀਂ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਇਹ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ ਇਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ। ਇਹਨਾਂ ਨੂੰ ਪਹਿਲਾਂ ਤਾਂ ਅਪਣਾਉਣਾ ਚਾਹੀਦਾ ਵਾ। ਨਵਰੀਤ ਸਿੰਘ ਦੇ ਕਤਲ ਨੂੰ ਅੱਜ ਤੱਕ ਉਹਨਾਂ ਨੇ ਹਲੇ ਓਨਅਪ ਨਹੀਂ ਕੀਤਾ ਕਿ ਇਹ ਨੌਜਵਾਨ ਸਾਡੇ 26 ਤਰੀਕ ਦੇ ਟਰੈਕਟਰ ਪਰੇਡ ਵਿੱਚ ਮਾਰਿਆ ਗਿਆ। ਨਵਰੀਤ ਦਾ ਕੋਈ ਜ਼ਾਤੀ ਕੰਮ ਨਹੀਂ ਸੀਗਾ। ਇਸ ਲਈ ਜਦੋਂ ਆਪਾਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਤਾਂ ਫਿਰ ਇੱਕ ਸੈਂਸ ਆਫ ਡਿਮੋਰਲਾਈਜੇਸ਼ਨ ਜਾਂਦੀ ਆ ਪੰਜਾਬ ਦੇ ਵਿੱਚ। ਔਰ ਯਾਦ ਰਹੇ ਕਿ ਇਹੀ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਮੌਜੂਦਾ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਬਰੂਹਾਂ ਦੇ ਉੱਤੇ ਬਾਰਡਰ ਦੇ ਉੱਤੇ ਪਹੁੰਚਾਇਆ। ਵਰਨਾ ਆਪਣੇ ਜਿਹੜੇ ਬਜ਼ੁਰਗ ਤੇ ਅੱਛੀ ਲੀਡਰਸ਼ਿਪ ਜਿਹੜੀ ਮੈਚੁਰਡ ਉਹ ਤਾਂ ਕਹਿੰਦੇ ਸੀ ਅਸੀਂ ਜਿੱਥੇ ਸਾਨੂੰ ਸਰਕਾਰ ਬਿਠਾਵੇਗੀ ਅਸੀਂ ਬੈਠ ਜਾਵਾਂਗੇ, ਲੇਕਿਨ ਪਿੱਛੋਂ ਨੌਜਵਾਨਾਂ ਨੇ ਧੱਕਾ ਮਾਰਿਆ ਤੇ ਦਿੱਲੀ ਦੇ ਬਾਰਡਰ ਤੱਕ ਆਪਾਂ ਲੈ ਗਏ। ਇਸ ਲਈ ਉਹਨਾਂ ਨੂੰ ਦਿੱਲੀ BJP ਸਰਕਾਰ ਦੇ ਰਹਿਮੋ ਕਰਮ ਤੇ ਛੱਡਣਾ ਜਾਂ ਉਹਨਾਂ ਤੇ ਪਰਚੇ ਦਰਜ ਹੋ ਜਾਣੇ, ਜੇਲ੍ਹਾਂ ਵਿੱਚ ਸੁੱਟੇ ਜਾਣਾ ਤੇ ਆਪਾਂ ਉਹਨਾਂ ਦੀ ਬਾਤ ਨਾ ਪੁੱਛਣਾ, ਐਵੇਂ ਕੋਈ ਛੋਟਾ ਮੋਟਾ ਕਾਰਨ ਲੱਭ ਕੇ ਕੋਈ 2-4 ਫੋਟੋਆਂ ਲੱਭ ਕੇ ਕਿ ਜੀ ਇਹ ਸਨੀ ਦਿਓਲ ਦੇ ਨਾਲ ਫੋਟੋਆਂ ਨੇ ਜਾਂ BJP ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਟੋਆਂ, ਉਹ ਤਾਂ ਸਨੀ ਦਿਓਲ ਦਾ ਤਾਂ ਉਹ ਰਿਸ਼ਤੇਦਾਰ ਉਹ ਕਿਦੋਂ ਡਿਨਾਈ ਕਰਦਾ ਵਾ। ਇਸ ਲਈ ਉਹਨੂੰ ਗਦਾਰ ਐਲਾਨ ਦੇਣਾ ਜਾਂ ਉਸ ਨੂੰ BJP ਦਾ ਏਜੰਟ ਕਹਿਣਾ, ਪਹਿਲਾਂ ਅੱਛੀ ਤਰ੍ਹਾਂ ਸਾਰੀ ਤਸਵੀਰ ਨੂੰ ਅੱਛੀ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਦਾ ਰੋਲ ਕੀ ਸੀਗਾ। ਮੈਂ ਸਮਝਦਾ ਵਾਂ ਕਿ ਉਦੋਂ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ 'ਚ ਸ਼ਰਾਰਤ ਥੋੜੀ ਦਿੱਲੀ ਪੁਲਿਸ ਦੀ ਸੀਗੀ ਕਿ ਉਹਨਾਂ ਨੇ ਜਿੱਦਾਂ ਗਾਜ਼ੀਪੁਰ ਵਾਲੇ ਸਾਈਡ ਤੋਂ ਮੈਨੂੰ ਨਵਰੀਤ ਦੇ ਜਦੋਂ ਮੈਂ ਭੋਗ ਤੇ ਗਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਿਹੜਾ ਅਸਲ ਕਿਸਾਨ ਅੰਦੋਲਨ ਦਾ ਰੂਟ ਸੀਗਾ ਉੱਥੇ ਬੈਰੀਕੇਡਿੰਗ ਕਰਤੀ
ਤੇ ਸਾਨੂੰ ਸਿੱਧਾ ਚੜਾਤਾ ਆਈਟੀਓ ਕ੍ਰਾਸਿੰਗ ਵੱਲ ਨੂੰ। ਹੁਣ ਇਹ ਸਾਰਾ ਕੁਝ ਕੱਲਾ ਇੱਕ ਦੀਪ ਸਿੱਧੂ ਥੋੜੋ ਕਰਾ ਗਿਆ ਵਾ, ਉੱਥੇ ਆਪ ਮੁਹਾਰੇ ਨੌਜਵਾਨ ਪਹੁੰਚ ਗਏ ਸੀਗੇ। ਹੋ ਸਕਦਾ ਉਹਨਾਂ ਤੋਂ ਇਹਨਾਂ ਉਸ ਦੌਰਾਨ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਅਲਟੀਮੇਟਲੀ ਆ ਜਾ ਕੇ ਉਹ ਆਪਣੇ ਬੱਚੇ ਨੇ ਸਾਰੇ, ਚਾਹੇ ਉਹ ਨਵਰੀਤ ਹੈ ਤੇ ਚਾਹੇ ਉਹ ਦੀਪ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਵਾ ਤੇ ਚਾਹੇ ਕੱਲ ਇੱਕ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੁਸ਼ਿਆਰਪੁਰ ਤੋਂ, ਜਾਂ ਹੋਰਨਾਂ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ। ਯਾਦ ਰੱਖਿਆ ਜਾਵੇ ਕਿ ਉਹ ਸਾਰੇ ਆਪਣੇ ਹੀ ਨੇ, ਇਸ ਲਈ ਉਹਨਾਂ ਦੀ ਹਿਫਾਜ਼ਤ ਕਰਨਾ, ਉਹਨਾਂ ਨੂੰ ਡਿਫੈਂਡ ਕਰਨਾ, ਉਹਨਾਂ ਦੀ ਲੜਾਈ ਲੜਨਾ ਇਹ ਆਪਣਾ ਨੈਤਿਕ ਫਰਜ਼ ਬਣਦਾ ਵਾ। ਇਸ ਲਈ ਅੱਜ ਦੀ ਮੈਂ ਤੁਹਾਨੂੰ ਸਿਰਫ ਖਬਰ ਦੱਸਣੀ ਸੀ ਕਿ ਨਵਰੀਤ ਦੇ ਸਿਲਸਿਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੌਗਨੀਜੈਂਸ ਲੈਂਦਿਆਂ ਹੋਇਆ 26 ਫਰਵਰੀ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਔਰ ਸੀਸੀਟੀਵੀ ਫੁਟੇਜ ਔਰ ਸਟੇਟਸ ਰਿਪੋਰਟ ਦਿੱਲੀ ਨੂੰ ਜਿਹੜੇ ਵੀ ਉਹਦੇ ਸਬੂਤ ਸੀਗੇ ਉਹ ਸਾਰੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਪਟੀਸ਼ਨਰ ਨੂੰ ਐਡਵਾਂਸ ਕਾਪੀ ਦੇਣ ਦੀ ਗੱਲ ਕਰ ਦਿੱਤੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਮੈਡਮ ਵਰਿੰਦਾ ਗਰੋਵਰ ਜਿਹੜੇ ਕਿ ਹਿਊਮਨ ਰਾਈਟਸ ਦੇ ਬੜੇ ਅੱਛੇ ਐਡਵੋਕੇਟ ਨੇ, ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਗੱਲ ਨੂੰ ਅੱਗੇ ਵਧਾਇਆ ਵਾ। ਬਲਕਿ ਜਿਹੜੇ ਹੋਰ ਵੀ ਕੋਈ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਅਮਦਾਦ ਦੀ ਲੋੜ ਹੈਗੀ ਆ ਦਿੱਲੀ ਹਾਈ ਕੋਰਟ ਵਿੱਚ ਕਿਤੇ ਵੀ, ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਇਹਨਾਂ ਅੱਛੇ ਵਕੀਲਾਂ ਦੇ ਕੋਲ ਪਹੁੰਚਾ ਸਕੀਏ ਜਿਹੜੇ ਉਹਨਾਂ ਦਾ ਕੇਸ ਸਹੀ ਢੰਗ ਦੇ ਨਾਲ ਲੜ ਸਕਣ। ਵੈਸੇ ਤਾਂ ਆਪਣੇ ਪੰਜਾਬ 'ਚ ਬਹੁਤ ਵੱਡਾ ਜੱਥਾ ਵਕੀਲਾਂ ਦਾ ਬੈਠਾ ਵਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਬਟ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੈਗੀ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਨਵਰੀਤ ਕਤਲकांड ਦਾ ਮਾਮਲਾ ਆਪਾਂ ਸਭ ਨੇ ਮਿਲ ਕੇ ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ। ਆਪਾਂ ਉਹਦੇ ਭੋਗ ਤੇ ਵੀ ਗਏ ਰੁਦਰਪੁਰ ਪਿਛਲੇ ਦਿਨਾਂ ਵਿੱਚ, ਔਰ ਹੁਣ ਉਹ ਇੱਕ ਇਨਸਾਫ ਮਾਰਚ ਰੱਖਿਆ ਜਿਹੜਾ ਕਿ 13 ਤਾਰੀਖ ਨੂੰ ਪਿੰਡ ਡਿਬਡਿਬਾ ਤੋਂ ਚੱਲ ਕੇ ਗਾਜ਼ੀਪੁਰ ਬਾਰਡਰ ਤੇ ਆਵੇਗਾ। ਆਪਾਂ ਸਭ ਨੇ ਉਹਦੇ ਵਿੱਚ ਵੀ ਹਿੱਸਾ ਲੈਣਾ ਪਰਸੋਂ ਨੂੰ 13 ਤਾਰੀਖ ਨੂੰ। ਲੇਕਿਨ ਇਹਦੇ ਦਰਮਿਆਨ ਇੱਕ ਚੰਗੀ ਖਬਰ ਵੀ ਆ ਕਿ ਨਵਰੀਤ ਦਾ ਸਾਰਾ ਜਿਹੜਾ ਮਾਮਲਾ ਸੀ, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇੱਕ ਬਹੁਤ ਅੱਛੇ ਐਡਵੋਕੇਟ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ, ਮੈਡਮ ਵਰਿੰਦਾ ਗਰੋਵਰ, ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ। ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲकांड ਦੀ, ਗੋਲੀ ਕਾਂਡ ਦੀ, ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ, ਕੋਈ ਬਹੁਤ ਲੰਬੀ ਡੇਟ ਨਹੀਂ। ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ the court has sought a detailed status report and directed preservation of CCTV footage and other documentary and electronic evidence, and has also directed that advance copy of the status report be served on the petitioner. यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੋਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ, ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ਆਈਟੀਓ ਕ੍ਰਾਸਿੰਗ ਤੇ ਕੀ ਵਾਤਾਵਰਣ ਸੀਗਾ, ਸੀਸੀਟੀਵੀ ਜਿਹੜੇ ਕੀ ਕਹਿੰਦੇ ਨੇ, ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ। ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਹਾਲਾਂਕਿ ਇਹਦੇ ਵਿੱਚ ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ, ਜੁਡੀਸ਼ੀਅਲ ਇਨਕੁਆਇਰੀ, ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ, ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ, ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਮੀਡੀਆ 'ਚ ਵੀ ਉੱਠੀ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ ਕਤਲकांड ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ। ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ, ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ, ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ। ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ, ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਆ ਦਿੱਲੀ ਦੀ ਪੁਲਿਸ। ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ
ਆਪਣੀ ਗੱਡੀ ਦੀ ਆਰਸੀ ਲੈ ਕੇ ਆਓ। ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ, ਬੇਰਲੀ 19-20-21 ਸਾਲ ਉਹਦੀ ਉਮਰ ਹੈਗੀ ਆ। ਉਹ ਤਾਂ ਉੱਦਾਂ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ। ਤਾਂ ਇਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ, ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ, 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ। ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ, ਜਿਸ ਤਰ੍ਹਾਂ ਲੱਖਾ ਸਿਧਾਣਾ ਜੁੜਿਆ ਸੀ ਇਦਾਂ ਦੀਪ ਸਿੱਧੂ ਵੀ ਜੁੜਿਆ ਸੀ, ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ। ਤੁਸੀਂ ਸਾਰਿਆਂ ਨੇ ਦੇਖਿਆ ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ, ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹਨਾਂ ਵਾਸਤੇ ਵੀ ਚੁਣੌਤੀ ਆ ਕਿ ਜੇ ਆਪਾਂ ਇਦਾਂ ਹੀ ਆਪਣੇ ਨੌਜਵਾਨਾਂ ਨੂੰ ਪੁਲਿਸ ਦੇ ਰਹਿਮੋ ਕਰਮ ਤੇ ਦਿੱਲੀ ਸਰਕਾਰ ਦੇ ਰਹਿਮੋ ਕਰਮ ਤੇ BJP ਦੀ ਸਰਕਾਰ ਤੇ ਛੱਡ ਦਿੱਤਾ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਵੇਗੀ। ਹੋ ਸਕਦਾ ਇਹਨਾਂ ਲੋਕਾਂ ਨੂੰ, ਦੀਪ ਸਿੱਧੂ ਨੂੰ ਵੀ ਉਹਨਾਂ ਨੇ ਮੈਡੀਕਲੀ ਫਿਜ਼ੀਕਲੀ ਟਾਰਚਰ ਕੀਤਾ ਹੋਵੇ ਜਾਂ ਮੈਂਟਲ ਟਾਰਚਰ ਕੀਤਾ ਹੋਵੇ, ਪਰ ਮੈਂ ਸਮਝਦਾ ਕਿ ਆਪਣੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਵਾ ਕਿ ਆਪਾਂ ਇਹਨਾਂ ਨੂੰ ਡਿਫੈਂਡ ਕਰੀਏ ਸਭ ਨੂੰ। ਜਿੱਦਾਂ ਅਸੀਂ ਨਵਰੀਤ ਦਾ ਕੇਸ ਅਦਾਲਤ ਵਿੱਚ ਲੈ ਕੇ ਗਏ ਆ, ਇਦਾਂ ਹੋਰ ਕੁਝ ਨਹੀਂ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਇਹ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ ਇਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ। ਇਹਨਾਂ ਨੂੰ ਪਹਿਲਾਂ ਤਾਂ ਅਪਣਾਉਣਾ ਚਾਹੀਦਾ ਵਾ। ਨਵਰੀਤ ਸਿੰਘ ਦੇ ਕਤਲ ਨੂੰ ਅੱਜ ਤੱਕ ਉਹਨਾਂ ਨੇ ਹਲੇ ਓਨ ਅਪ ਨਹੀਂ ਕੀਤਾ ਕਿ ਇਹ ਨੌਜਵਾਨ ਸਾਡੇ 26 ਤਰੀਕ ਦੇ ਟਰੈਕਟਰ ਪਰੇਡ ਵਿੱਚ ਮਾਰਿਆ ਗਿਆ। ਨਵਰੀਤ ਦਾ ਕੋਈ ਜ਼ਾਤੀ ਕੰਮ ਨਹੀਂ ਸੀਗਾ। ਇਸ ਲਈ ਜਦੋਂ ਆਪਾਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਤਾਂ ਫਿਰ ਇੱਕ ਸੈਂਸ ਆਫ ਡਿਮੋਰਲਾਈਜੇਸ਼ਨ ਜਾਂਦੀ ਹੈ ਪੰਜਾਬ ਦੇ ਵਿੱਚ। ਔਰ ਯਾਦ ਰਹੇ ਕਿ ਇਹੀ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਮੌਜੂਦਾ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਬਰੂਹਾਂ ਦੇ ਉੱਤੇ, ਬਾਰਡਰ ਦੇ ਉੱਤੇ ਪਹੁੰਚਾਇਆ। ਵਰਨਾ ਆਪਣੇ ਜਿਹੜੇ ਬਜ਼ੁਰਗ ਤੇ ਅੱਛੀ ਲੀਡਰਸ਼ਿਪ ਜਿਹੜੀ ਮੈਚੁਰਡ, ਉਹ ਤਾਂ ਕਹਿੰਦੇ ਸੀ ਅਸੀਂ ਜਿੱਥੇ ਸਾਨੂੰ ਸਰਕਾਰ ਬਿਠਾਵੇਗੀ ਅਸੀਂ ਬੈਠ ਜਾਵਾਂਗੇ, ਲੇਕਿਨ ਪਿੱਛੋਂ ਨੌਜਵਾਨਾਂ ਨੇ ਧੱਕਾ ਮਾਰਿਆ ਤੇ ਦਿੱਲੀ ਦੇ ਬਾਰਡਰ ਤੱਕ ਆਪਾਂ ਲੈ ਗਏ। ਇਸ ਲਈ ਉਹਨਾਂ ਨੂੰ ਦਿੱਲੀ BJP ਸਰਕਾਰ ਦੇ ਰਹਿਮੋ ਕਰਮ ਤੇ ਛੱਡਣਾ ਜਾਂ ਉਹਨਾਂ ਤੇ ਪਰਚੇ ਦਰਜ ਹੋ ਜਾਣੇ, ਜੇਲ੍ਹਾਂ ਵਿੱਚ ਸੁੱਟੇ ਜਾਣਾ ਤੇ ਆਪਾਂ ਉਹਨਾਂ ਦੀ ਬਾਤ ਨਾ ਪੁੱਛਣਾ, ਐਵੇਂ ਕੋਈ ਛੋਟਾ ਮੋਟਾ ਕਾਰਨ ਲੱਭ ਕੇ, ਕੋਈ 2-4 ਫੋਟੋਆਂ ਲੱਭ ਕੇ ਕਿ ਜੀ ਇਹ ਸਨੀ ਦਿਓਲ ਦੇ ਨਾਲ ਫੋਟੋਆਂ ਨੇ ਜਾਂ BJP ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਟੋਆਂ, ਉਹ ਤਾਂ ਸਨੀ ਦਿਓਲ ਦਾ ਤਾਂ ਉਹ ਰਿਸ਼ਤੇਦਾਰ ਉਹ ਕਿਦੋਂ ਡਿਨਾਈ ਕਰਦਾ ਵਾ। ਇਸ ਲਈ ਉਹਨੂੰ ਗਦਾਰ ਐਲਾਨ ਦੇਣਾ ਜਾਂ ਉਸ ਨੂੰ BJP ਦਾ ਏਜੰਟ ਕਹਿਣਾ, ਪਹਿਲਾਂ ਅੱਛੀ ਤਰ੍ਹਾਂ ਸਾਰੀ ਤਸਵੀਰ ਨੂੰ ਅੱਛੀ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਦਾ ਰੋਲ ਕੀ ਸੀਗਾ। ਮੈਂ ਸਮਝਦਾ ਵਾਂ ਕਿ ਉਦੋਂ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ 'ਚ ਸ਼ਰਾਰਤ ਥੋੜੀ ਦਿੱਲੀ ਪੁਲਿਸ ਦੀ ਸੀਗੀ ਕਿ ਉਹਨਾਂ ਨੇ ਜਿੱਦਾਂ ਗਾਜ਼ੀਪੁਰ ਵਾਲੇ ਸਾਈਡ ਤੋਂ ਮੈਨੂੰ ਨਵਰੀਤ ਦੇ ਜਦੋਂ ਮੈਂ ਭੋਗ ਤੇ ਗਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਿਹੜਾ ਅਸਲ ਕਿਸਾਨ ਅੰਦੋਲਨ ਦਾ ਰੂਟ ਸੀਗਾ ਉੱਥੇ ਬੈਰੀਕੇਡਿੰਗ ਕਰਤੀ ਤੇ ਸਾਨੂੰ ਸਿੱਧਾ ਚੜਾਤਾ ITO ਕ੍ਰਾਸਿੰਗ ਵੱਲ ਨੂੰ। ਹੁਣ ਇਹ ਸਾਰਾ ਕੁਝ ਕੱਲਾ ਇੱਕ ਦੀਪ ਸਿੱਧੂ ਥੋੜੋ ਕਰਾ ਗਿਆ ਵਾ, ਉੱਥੇ ਆਪ ਮੁਹਾਰੇ ਨੌਜਵਾਨ ਪਹੁੰਚ ਗਏ ਸੀਗੇ। ਹੋ ਸਕਦਾ ਉਹਨਾਂ ਤੋਂ ਇਹਨਾਂ ਉਸ ਦੌਰਾਨ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਅਲਟੀਮੇਟਲੀ ਆ ਜਾ ਕੇ ਉਹ ਆਪਣੇ ਬੱਚੇ ਨੇ ਸਾਰੇ, ਚਾਹੇ ਉਹ ਨਵਰੀਤ ਹੈ ਤੇ ਚਾਹੇ ਉਹ ਦੀਪ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਵਾ ਤੇ ਚਾਹੇ ਕੱਲ ਇੱਕ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੁਸ਼ਿਆਰਪੁਰ ਤੋਂ ਜਾਂ ਹੋਰਨਾਂ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ। ਯਾਦ ਰੱਖਿਆ ਜਾਵੇ ਕਿ ਉਹ ਸਾਰੇ ਆਪਣੇ ਹੀ ਨੇ। ਇਸ ਲਈ ਉਹਨਾਂ ਦੀ ਹਿਫਾਜ਼ਤ ਕਰਨਾ, ਉਹਨਾਂ ਨੂੰ ਡਿਫੈਂਡ ਕਰਨਾ, ਉਹਨਾਂ ਦੀ ਲੜਾਈ ਲੜਨਾ ਇਹ ਆਪਣਾ ਨੈਤਿਕ ਫਰਜ਼ ਬਣਦਾ ਵਾ। ਇਸ ਲਈ ਅੱਜ ਦੀ ਮੈਂ ਤੁਹਾਨੂੰ ਸਿਰਫ ਖਬਰ ਦੱਸਣੀ ਸੀ ਕਿ ਨਵਰੀਤ ਦੇ ਸਿਲਸਿਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੌਗਨੀਜੈਂਸ ਲੈਂਦਿਆਂ ਹੋਇਆ 26 ਫਰਵਰੀ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਔਰ CCTV ਫੁਟੇਜ ਔਰ ਸਟੇਟਸ ਰਿਪੋਰਟ ਦਿੱਲੀ ਨੂੰ ਜਿਹੜੇ ਵੀ ਉਹਦੇ ਸਬੂਤ ਸੀਗੇ ਉਹ ਸਾਰੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਪਟੀਸ਼ਨਰ ਨੂੰ ਐਡਵਾਂਸ ਕਾਪੀ ਦੇਣ ਦੀ ਗੱਲ ਕਰ ਦਿੱਤੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਮੈਡਮ ਵਰਿੰਦਾ ਗਰੋਵਰ ਜਿਹੜੇ ਕਿ ਹਿਊਮਨ ਰਾਈਟਸ ਦੇ ਬੜੇ ਅੱਛੇ ਐਡਵੋਕੇਟ ਨੇ। ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਗੱਲ ਨੂੰ ਅੱਗੇ ਵਧਾਇਆ ਵਾ, ਬਲਕਿ ਜਿਹੜੇ ਹੋਰ ਵੀ ਕੋਈ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਅਮਦਾਦ ਦੀ ਲੋੜ ਹੈਗੀ ਆ ਦਿੱਲੀ ਹਾਈ ਕੋਰਟ ਵਿੱਚ ਕਿਤੇ ਵੀ, ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਇਹਨਾਂ ਅੱਛੇ ਵਕੀਲਾਂ ਦੇ ਕੋਲ ਪਹੁੰਚਾ ਸਕੀਏ ਜਿਹੜੇ ਉਹਨਾਂ ਦਾ ਕੇਸ ਸਹੀ ਢੰਗ ਦੇ ਨਾਲ ਲੜ ਸਕਣ। ਵੈਸੇ ਤਾਂ ਆਪਣੇ ਪੰਜਾਬ 'ਚ ਬਹੁਤ ਵੱਡਾ ਜੱਥਾ ਵਕੀਲਾਂ ਦਾ ਬੈਠਾ ਵਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਬਟ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੈਗੀ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਨਵਰੀਤ ਕਤਲ ਕਾਂਡ ਦਾ ਮਾਮਲਾ ਆਪਾਂ ਸਭ ਨੇ ਮਿਲ ਕੇ ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ। ਆਪਾਂ ਉਹਦੇ ਭੋਗ ਤੇ ਵੀ ਗਏ ਰੁਦਰਪੁਰ ਪਿਛਲੇ ਦਿਨਾਂ ਵਿੱਚ, ਔਰ ਹੁਣ ਉਹ ਇੱਕ ਇਨਸਾਫ ਮਾਰਚ ਰੱਖਿਆ ਜਿਹੜਾ ਕਿ 13 ਤਾਰੀਖ ਨੂੰ ਪਿੰਡ ਡਿਬਡਿਬਾ ਤੋਂ ਚੱਲ ਕੇ ਗਾਜ਼ੀਪੁਰ ਬਾਰਡਰ ਤੇ ਆਵੇਗਾ। ਆਪਾਂ ਸਭ ਨੇ ਉਹਦੇ ਵਿੱਚ ਵੀ ਹਿੱਸਾ ਲੈਣਾ ਪਰਸੋਂ ਨੂੰ 13 ਤਾਰੀਖ ਨੂੰ। ਲੇਕਿਨ ਇਹਦੇ ਦਰਮਿਆਨ ਇੱਕ ਚੰਗੀ ਖਬਰ ਵੀ ਆ ਕਿ ਨਵਰੀਤ ਦਾ ਸਾਰਾ ਜਿਹੜਾ ਮਾਮਲਾ ਸੀ, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ
एक बहुत अच्छे एडवोकेट ने ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ ਮੈਡਮ ਵਰਿੰਦਾ ਗਰੋਵਰ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲ ਕਾਂਡ ਦੀ ਗੋਲੀ ਕਾਂਡ ਦੀ ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ ਕੋਈ ਬਹੁਤ ਲੰਬੀ ਡੇਟ ਨਹੀਂ ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ the court has sought a detailed status report and directed preservation of CCTV footage and other documentary and electronic evidence and has also directed that advance copy of the status report be served on the petitioner. यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੂਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ਆਈਟੀਓ ਕ੍ਰਾਸਿੰਗ ਤੇ ਕੀ ਵਾਤਾਵਰਣ ਸੀਗਾ ਸੀਸੀਟੀਵੀ ਜਿਹੜੇ ਕੀ ਕਹਿੰਦੇ ਨੇ ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ ਹਾਲਾਂਕਿ ਇਹਦੇ ਵਿੱਚ ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ ਜੁਡੀਸ਼ੀਅਲ ਇਨਕੁਆਇਰੀ ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ ਪਰਚੇ ਦਰਜ ਕੀਤੇ ਜਾ ਰਹੇ ਨੇ ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਮੀਡੀਆ 'ਚ ਵੀ ਉੱਠੀ ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ ਕਤਲ ਕਾਂਡ ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਆ ਦਿੱਲੀ ਦੀ ਪੁਲਿਸ ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ ਆਪਣੀ ਗੱਡੀ ਦੀ ਆਰਸੀ ਲੈ ਕੇ ਆਓ ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ ਬੇਰਲੀ 19-20-21 ਸਾਲ ਉਹਦੀ ਉਮਰ ਹੈਗੀ ਆ ਉਹ ਤਾਂ ਉਦਾਂ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ ਤਾਂ ਇਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ ਜਿਸ ਤਰ੍ਹਾਂ ਲੱਖਾ ਸਿਧਾਣਾ ਜੁੜਿਆ ਸੀ ਇਦਾਂ ਦੀਪ ਸਿੱਧੂ ਵੀ ਜੁੜਿਆ ਸੀ ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹਨਾਂ ਵਾਸਤੇ ਵੀ ਚੁਣੌਤੀ ਆ ਕਿ ਜੇ ਆਪਾਂ ਇਦਾਂ ਹੀ ਆਪਣੇ ਨੌਜਵਾਨਾਂ ਨੂੰ ਪੁਲਿਸ ਦੇ ਰਹਿਮੋ ਕਰਮ ਤੇ ਦਿੱਲੀ ਸਰਕਾਰ ਦੇ ਰਹਿਮੋ ਕਰਮ ਤੇ ਬੀਜੇਪੀ ਦੀ ਸਰਕਾਰ ਤੇ ਛੱਡ ਦਿੱਤਾ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਵੇਗੀ ਹੋ ਸਕਦਾ ਇਹਨਾਂ ਲੋਕਾਂ ਨੂੰ ਦੀਪ ਸਿੱਧੂ ਨੂੰ ਵੀ ਉਹਨਾਂ ਨੇ ਮੈਡੀਕਲੀ ਫਿਜ਼ੀਕਲੀ ਟਾਰਚਰ ਕੀਤਾ ਹੋਵੇ ਜਾਂ ਮੈਂਟਲ ਟਾਰਚਰ ਕੀਤਾ ਹੋਵੇ ਪਰ ਮੈਂ ਸਮਝਦਾ ਕਿ ਆਪਣੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਵਾ ਕਿ ਆਪਾਂ ਇਹਨਾਂ ਨੂੰ ਡਿਫੈਂਡ ਕਰੀਏ ਸਭ ਨੂੰ ਜਿੱਦਾਂ ਅਸੀਂ ਨਵਰੀਤ ਦਾ ਕੇਸ ਅਦਾਲਤ ਵਿੱਚ ਲੈ ਕੇ ਗਏ ਆ ਇਦਾਂ ਹੋਰ ਕੁਝ ਨਹੀਂ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਇਹ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ ਇਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ ਇਹਨਾਂ ਨੂੰ ਪਹਿਲਾਂ ਤਾਂ ਅਪਣਾਉਣਾ ਚਾਹੀਦਾ ਵਾ ਨਵਰੀਤ ਸਿੰਘ ਦੇ ਕਤਲ ਨੂੰ ਅੱਜ ਤੱਕ ਉਹਨਾਂ ਨੇ ਹਲੇ ਓਨਅਪ ਨਹੀਂ ਕੀਤਾ ਕਿ ਇਹ ਨੌਜਵਾਨ ਸਾਡੇ 26 ਤਰੀਕ ਦੇ ਟਰੈਕਟਰ ਪਰੇਡ ਵਿੱਚ ਮਾਰਿਆ ਗਿਆ ਨਵਰੀਤ ਦਾ ਕੋਈ ਜ਼ਾਤੀ ਕੰਮ ਨਹੀਂ ਸੀਗਾ ਇਸ ਲਈ ਜਦੋਂ ਆਪਾਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਤਾਂ ਫਿਰ ਇੱਕ ਸੈਂਸ ਆਫ ਡਿਮੋਰਲਾਈਜੇਸ਼ਨ ਜਾਂਦੀ ਆ ਪੰਜਾਬ ਦੇ ਵਿੱਚ ਔਰ ਯਾਦ ਰਹੇ ਕਿ ਇਹੀ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਮੌਜੂਦਾ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਬਰੂਹਾਂ ਦੇ ਉੱਤੇ ਬਾਰਡਰ ਦੇ ਉੱਤੇ ਪਹੁੰਚਾਇਆ ਵਰਨਾ ਆਪਣੇ ਜਿਹੜੇ ਬਜ਼ੁਰਗ ਤੇ ਅੱਛੀ ਲੀਡਰਸ਼ਿਪ ਜਿਹੜੀ ਮੈਚੁਰਡ ਉਹ ਤਾਂ ਕਹਿੰਦੇ ਸੀ ਅਸੀਂ ਜਿੱਥੇ ਸਾਨੂੰ ਸਰਕਾਰ ਬਿਠਾਵੇਗੀ ਅਸੀਂ ਬੈਠ ਜਾਵਾਂਗੇ ਲੇਕਿਨ ਪਿੱਛੋਂ ਨੌਜਵਾਨਾਂ ਨੇ ਧੱਕਾ ਮਾਰਿਆ ਤੇ ਦਿੱਲੀ ਦੇ ਬਾਰਡਰ ਤੱਕ ਆਪਾਂ ਲੈ ਗਏ ਇਸ ਲਈ ਉਹਨਾਂ ਨੂੰ
ਦਿੱਲੀ ਬੀਜੇਪੀ ਸਰਕਾਰ ਦੇ ਰਹਿਮੋ ਕਰਮ ਤੇ ਛੱਡਣਾ ਜਾਂ ਉਹਨਾਂ ਤੇ ਪਰਚੇ ਦਰਜ ਹੋ ਜਾਣੇ, ਜੇਲ੍ਹਾਂ ਵਿੱਚ ਛੁੱਟੇ ਜਾਣਾ ਤੇ ਆਪਾਂ ਉਹਨਾਂ ਦੀ ਬਾਤ ਨਾ ਪੁੱਛਣਾ, ਐਵੇਂ ਕੋਈ ਛੋਟਾ ਮੋਟਾ ਕਾਰਨ ਲੱਭ ਕੇ ਕੋਈ 2-4 ਫੋਟੋਆਂ ਲੱਭ ਕੇ ਕਿ ਜੀ ਇਹ ਸਨੀ ਦਿਓਲ ਦੇ ਨਾਲ ਫੋਟੋਆਂ ਨੇ ਜਾਂ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਟੋਆਂ, ਉਹ ਤਾਂ ਸਨੀ ਦਿਓਲ ਦਾ ਤਾਂ ਉਹ ਰਿਸ਼ਤੇਦਾਰ ਉਹ ਕਿਦੋਂ ਡਿਨਾਈ ਕਰਦਾ ਵਾ, ਇਸ ਲਈ ਉਹਨੂੰ ਗਦਾਰ ਐਲਾਨ ਦੇਣਾ ਜਾਂ ਉਸ ਨੂੰ ਬੀਜੇਪੀ ਦਾ ਏਜੰਟ ਕਹਿਣਾ, ਪਹਿਲਾਂ ਅੱਛੀ ਤਰ੍ਹਾਂ ਸਾਰੀ ਤਸਵੀਰ ਨੂੰ ਅੱਛੀ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਦਾ ਰੋਲ ਕੀ ਸੀਗਾ। ਮੈਂ ਸਮਝਦਾ ਵਾਂ ਕਿ ਉਦੋਂ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ 'ਚ ਸ਼ਰਾਰਤ ਥੋੜੀ ਦਿੱਲੀ ਪੁਲਿਸ ਦੀ ਸੀਗੀ ਕਿ ਉਹਨਾਂ ਨੇ ਜਿੱਦਾਂ ਗਾਜ਼ੀਪੁਰ ਵਾਲੇ ਸਾਈਡ ਤੋਂ ਮੈਨੂੰ ਨਵਰੀਤ ਦੇ ਜਦੋਂ ਮੈਂ ਭੋਗ ਤੇ ਗਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਿਹੜਾ ਅਸਲ ਕਿਸਾਨ ਅੰਦੋਲਨ ਦਾ ਰੂਟ ਸੀਗਾ ਉੱਥੇ ਬੈਰੀਕੇਡਿੰਗ ਕਰਤੀ ਤੇ ਸਾਨੂੰ ਸਿੱਧਾ ਚੜਾਤਾ ਆਈਟੀਓ ਕ੍ਰਾਸਿੰਗ ਵੱਲ ਨੂੰ। ਹੁਣ ਇਹ ਸਾਰਾ ਕੁਝ ਕੱਲਾ ਇੱਕ ਦੀਪ ਸਿੱਧੂ ਥੋੜੋ ਕਰਾ ਗਿਆ ਵਾ, ਉੱਥੇ ਆਪ ਮੁਹਾਰੇ ਨੌਜਵਾਨ ਪਹੁੰਚ ਗਏ ਸੀਗੇ। ਹੋ ਸਕਦਾ ਉਹਨਾਂ ਤੋਂ ਇਹਨਾਂ ਉਸ ਦੌਰਾਨ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਅਲਟੀਮੇਟਲੀ ਆ ਜਾ ਕੇ ਉਹ ਆਪਣੇ ਬੱਚੇ ਨੇ ਸਾਰੇ, ਚਾਹੇ ਉਹ ਨਵਰੀਤ ਹੈ ਤੇ ਚਾਹੇ ਉਹ ਦੀਪ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਵਾ ਤੇ ਚਾਹੇ ਕੱਲ ਇੱਕ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੁਸ਼ਿਆਰਪੁਰ ਤੋਂ ਜਾਂ ਹੋਰਨਾਂ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ, ਯਾਦ ਰੱਖਿਆ ਜਾਵੇ ਕਿ ਉਹ ਸਾਰੇ ਆਪਣੇ ਹੀ ਨੇ। ਇਸ ਲਈ ਉਹਨਾਂ ਦੀ ਹਿਫਾਜ਼ਤ ਕਰਨਾ, ਉਹਨਾਂ ਨੂੰ ਡਿਫੈਂਡ ਕਰਨਾ, ਉਹਨਾਂ ਦੀ ਲੜਾਈ ਲੜਨਾ ਇਹ ਆਪਣਾ ਨੈਤਿਕ ਫਰਜ਼ ਬਣਦਾ ਵਾ। ਇਸ ਲਈ ਅੱਜ ਦੀ ਮੈਂ ਤੁਹਾਨੂੰ ਸਿਰਫ ਖਬਰ ਦੱਸਣੀ ਸੀ ਕਿ ਨਵਰੀਤ ਦੇ ਸਿਲਸਿਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੌਗਨੀਜੈਂਸ ਲੈਂਦਿਆਂ ਹੋਇਆ 26 ਫਰਵਰੀ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਔਰ ਸੀਸੀਟੀਵੀ ਫੁਟੇਜ ਔਰ ਸਟੇਟਸ ਰਿਪੋਰਟ ਦਿੱਲੀ ਨੂੰ ਜਿਹੜੇ ਵੀ ਉਹਦੇ ਸਬੂਤ ਸੀਗੇ ਉਹ ਸਾਰੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਪਟੀਸ਼ਨਰ ਨੂੰ ਐਡਵਾਂਸ ਕਾਪੀ ਦੇਣ ਦੀ ਗੱਲ ਕਰ ਦਿੱਤੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਮੈਡਮ ਵਰਿੰਦਾ ਗਰੋਵਰ ਜਿਹੜੇ ਕਿ ਹਿਊਮਨ ਰਾਈਟਸ ਦੇ ਬੜੇ ਅੱਛੇ ਐਡਵੋਕੇਟ ਨੇ, ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਗੱਲ ਨੂੰ ਅੱਗੇ ਵਧਾਇਆ ਵਾ। ਬਲਕਿ ਜਿਹੜੇ ਹੋਰ ਵੀ ਕੋਈ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਅਮਦਾਦ ਦੀ ਲੋੜ ਹੈਗੀ ਆ ਦਿੱਲੀ ਹਾਈ ਕੋਰਟ ਵਿੱਚ ਕਿਤੇ ਵੀ, ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਇਹਨਾਂ ਅੱਛੇ ਵਕੀਲਾਂ ਦੇ ਕੋਲ ਪਹੁੰਚਾ ਸਕੀਏ ਜਿਹੜੇ ਉਹਨਾਂ ਦਾ ਕੇਸ ਸਹੀ ਢੰਗ ਦੇ ਨਾਲ ਲੜ ਸਕਣ। ਵੈਸੇ ਤਾਂ ਆਪਣੇ ਪੰਜਾਬ 'ਚ ਬਹੁਤ ਵੱਡਾ ਜੱਥਾ ਵਕੀਲਾਂ ਦਾ ਬੈਠਾ ਵਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਬਟ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੈਗੀ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਨਵਰੀਤ ਕਤਲकांड ਦਾ ਮਾਮਲਾ ਆਪਾਂ ਸਭ ਨੇ ਮਿਲ ਕੇ ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ। ਆਪਾਂ ਉਹਦੇ ਭੋਗ ਤੇ ਵੀ ਗਏ ਰੁਦਰਪੁਰ ਪਿਛਲੇ ਦਿਨਾਂ ਵਿੱਚ, ਔਰ ਹੁਣ ਉਹ ਇੱਕ ਇਨਸਾਫ ਮਾਰਚ ਰੱਖਿਆ ਜਿਹੜਾ ਕਿ 13 ਤਾਰੀਖ ਨੂੰ ਪਿੰਡ ਡਿਬਡਿਬਾ ਤੋਂ ਚੱਲ ਕੇ ਗਾਜ਼ੀਪੁਰ ਬਾਰਡਰ ਤੇ ਆਵੇਗਾ। ਆਪਾਂ ਸਭ ਨੇ ਉਹਦੇ ਵਿੱਚ ਵੀ ਹਿੱਸਾ ਲੈਣਾ ਪਰਸੋਂ ਨੂੰ 13 ਤਾਰੀਖ ਨੂੰ। ਲੇਕਿਨ ਇਹਦੇ ਦਰਮਿਆਨ ਇੱਕ ਚੰਗੀ ਖਬਰ ਵੀ ਆ ਕਿ ਨਵਰੀਤ ਦਾ ਸਾਰਾ ਜਿਹੜਾ ਮਾਮਲਾ ਸੀ, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇੱਕ ਬਹੁਤ ਅੱਛੇ ਐਡਵੋਕੇਟ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ, ਮੈਡਮ ਵਰਿੰਦਾ ਗਰੋਵਰ, ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ। ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲकांड ਦੀ, ਗੋਲੀ ਕਾਂਡ ਦੀ, ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ, ਕੋਈ ਬਹੁਤ ਲੰਬੀ ਡੇਟ ਨਹੀਂ। ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਦ ਕੋਰਟ ਹੈਜ਼ ਸੌਟ ਅ ਡਿਟੇਲਡ ਸਟੇਟਸ ਰਿਪੋਰਟ and directed preservation of CCTV footage and other documentary and electronic evidence, and has also directed that advance copy of the status report be served on the petitioner। यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੂਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ਆਈਟੀਓ ਕ੍ਰਾਸਿੰਗ ਤੇ ਕੀ ਵਾਤਾਵਰਣ ਸੀਗਾ, ਸੀਸੀਟੀਵੀ ਜਿਹੜੇ ਕੀ ਕਹਿੰਦੇ ਨੇ, ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ। ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਹਾਲਾਂਕਿ ਇਹਦੇ ਵਿੱਚ ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ, ਜੁਡੀਸ਼ੀਅਲ ਇਨਕੁਆਇਰੀ, ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ, ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ। ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਮੀਡੀਆ 'ਚ ਵੀ ਉੱਠੀ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ
ਕਤਲकांड ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ। ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ, ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ। ਇਸ ਦੇ ਨਾਲ ਹੀ ਮੈਂ ਦੋਸਤ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਹੈ ਦਿੱਲੀ ਦੀ ਪੁਲਿਸ। ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ, ਆਪਣੀ ਗੱਡੀ ਦੀ ਆਰਸੀ ਲੈ ਕੇ ਆਓ। ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ, ਬੇਅਰਲੀ 19-20-21 ਸਾਲ ਉਹਦੀ ਉਮਰ ਹੈਗੀ ਆ। ਉਹ ਤਾਂ ਉਹਦਾ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ। ਤਾਂ ਇਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ, ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ, 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ। ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ, ਜਿਸ ਤਰ੍ਹਾਂ ਲੱਖਾ ਸਿਧਾਣਾ ਜੁੜਿਆ ਸੀ ਇਦਾਂ ਦੀਪ ਸਿੱਧੂ ਵੀ ਜੁੜਿਆ ਸੀ, ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ। ਤੁਸੀਂ ਸਾਰਿਆਂ ਨੇ ਦੇਖਿਆ ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ, ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹਨਾਂ ਵਾਸਤੇ ਵੀ ਚੁਣੌਤੀ ਆ ਕਿ ਜੇ ਆਪਾਂ ਇਦਾਂ ਹੀ ਆਪਣੇ ਨੌਜਵਾਨਾਂ ਨੂੰ ਪੁਲਿਸ ਦੇ ਰਹਿਮੋ ਕਰਮ ਤੇ ਦਿੱਲੀ ਸਰਕਾਰ ਦੇ ਰਹਿਮੋ ਕਰਮ ਤੇ ਬੀਜੇਪੀ ਦੀ ਸਰਕਾਰ ਤੇ ਛੱਡ ਦਿੱਤਾ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਵੇਗੀ। ਹੋ ਸਕਦਾ ਇਹਨਾਂ ਲੋਕਾਂ ਨੂੰ ਦੀਪ ਸਿੱਧੂ ਨੂੰ ਵੀ ਉਹਨਾਂ ਨੇ ਮੈਡੀਕਲੀ ਫਿਜ਼ੀਕਲੀ ਟਾਰਚਰ ਕੀਤਾ ਹੋਵੇ ਜਾਂ ਮੈਂਟਲ ਟਾਰਚਰ ਕੀਤਾ ਹੋਵੇ, ਪਰ ਮੈਂ ਸਮਝਦਾ ਕਿ ਆਪਣੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਵਾ ਕਿ ਆਪਾਂ ਇਹਨਾਂ ਨੂੰ ਡਿਫੈਂਡ ਕਰੀਏ ਸਭ ਨੂੰ। ਜਿੱਦਾਂ ਅਸੀਂ ਨਵਰੀਤ ਦਾ ਕੇਸ ਅਦਾਲਤ ਵਿੱਚ ਲੈ ਕੇ ਗਏ ਆ, ਇਦਾਂ ਹੋਰ ਕੁਝ ਨਹੀਂ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ ਇਹ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ ਇਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ। ਇਹਨਾਂ ਨੂੰ ਪਹਿਲਾਂ ਤਾਂ ਅਪਣਾਉਣਾ ਚਾਹੀਦਾ ਵਾ। ਨਵਰੀਤ ਸਿੰਘ ਦੇ ਕਤਲ ਨੂੰ ਅੱਜ ਤੱਕ ਉਹਨਾਂ ਨੇ ਹਲੇ ਓਨਅਪ ਨਹੀਂ ਕੀਤਾ ਕਿ ਇਹ ਨੌਜਵਾਨ ਸਾਡੇ 26 ਤਰੀਕ ਦੇ ਟਰੈਕਟਰ ਪਰੇਡ ਵਿੱਚ ਮਾਰਿਆ ਗਿਆ। ਨਵਰੀਤ ਦਾ ਕੋਈ ਜ਼ਾਤੀ ਕੰਮ ਨਹੀਂ ਸੀਗਾ। ਇਸ ਲਈ ਜਦੋਂ ਆਪਾਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਤਾਂ ਫਿਰ ਇੱਕ ਸੈਂਸ ਆਫ ਡਿਮੋਰਲਾਈਜੇਸ਼ਨ ਜਾਂਦੀ ਹੈ ਪੰਜਾਬ ਦੇ ਵਿੱਚ। ਔਰ ਯਾਦ ਰਹੇ ਕਿ ਇਹੀ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਮੌਜੂਦਾ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਬਰੂਹਾਂ ਦੇ ਉੱਤੇ ਬਾਰਡਰ ਦੇ ਉੱਤੇ ਪਹੁੰਚਾਇਆ। ਵਰਨਾ ਆਪਣੇ ਜਿਹੜੇ ਬਜ਼ੁਰਗ ਤੇ ਅੱਛੀ ਲੀਡਰਸ਼ਿਪ ਜਿਹੜੀ ਮੈਚੁਰਡ ਉਹ ਤਾਂ ਕਹਿੰਦੇ ਸੀ ਅਸੀਂ ਜਿੱਥੇ ਸਾਨੂੰ ਸਰਕਾਰ ਬਿਠਾਵੇਗੀ ਅਸੀਂ ਬੈਠ ਜਾਵਾਂਗੇ, ਲੇਕਿਨ ਪਿੱਛੋਂ ਨੌਜਵਾਨਾਂ ਨੇ ਧੱਕਾ ਮਾਰਿਆ ਤੇ ਦਿੱਲੀ ਦੇ ਬਾਰਡਰ ਤੱਕ ਆਪਾਂ ਲੈ ਗਏ। ਇਸ ਲਈ ਉਹਨਾਂ ਨੂੰ ਦਿੱਲੀ ਬੀਜੇਪੀ ਸਰਕਾਰ ਦੇ ਰਹਿਮੋ ਕਰਮ ਤੇ ਛੱਡਣਾ ਜਾਂ ਉਹਨਾਂ ਤੇ ਪਰਚੇ ਦਰਜ ਹੋ ਜਾਣੇ, ਜੇਲ੍ਹਾਂ ਵਿੱਚ ਛੁੱਟੇ ਜਾਣਾ ਤੇ ਆਪਾਂ ਉਹਨਾਂ ਦੀ ਬਾਤ ਨਾ ਪੁੱਛਣਾ, ਐਵੇਂ ਕੋਈ ਛੋਟਾ ਮੋਟਾ ਕਾਰਨ ਲੱਭ ਕੇ ਕੋਈ 2-4 ਫੋਟੋਆਂ ਲੱਭ ਕੇ ਕਿ ਜੀ ਇਹ ਸਨੀ ਦਿਓਲ ਦੇ ਨਾਲ ਫੋਟੋਆਂ ਨੇ ਜਾਂ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਟੋਆਂ, ਉਹ ਤਾਂ ਸਨੀ ਦਿਓਲ ਦਾ ਤਾਂ ਉਹ ਰਿਸ਼ਤੇਦਾਰ ਉਹ ਕਿਦੋਂ ਡਿਨਾਈ ਕਰਦਾ ਵਾ। ਇਸ ਲਈ ਉਹਨੂੰ ਗਦਾਰ ਐਲਾਨ ਦੇਣਾ ਜਾਂ ਉਸ ਨੂੰ ਬੀਜੇਪੀ ਦਾ ਏਜੰਟ ਕਹਿਣਾ, ਪਹਿਲਾਂ ਅੱਛੀ ਤਰ੍ਹਾਂ ਸਾਰੀ ਤਸਵੀਰ ਨੂੰ ਅੱਛੀ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਦਾ ਰੋਲ ਕੀ ਸੀਗਾ। ਮੈਂ ਸਮਝਦਾ ਵਾਂ ਕਿ ਉਦੋਂ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ 'ਚ ਸ਼ਰਾਰਤ ਥੋੜੀ ਦਿੱਲੀ ਪੁਲਿਸ ਦੀ ਸੀਗੀ ਕਿ ਉਹਨਾਂ ਨੇ ਜਿੱਦਾਂ ਗਾਜ਼ੀਪੁਰ ਵਾਲੇ ਸਾਈਡ ਤੋਂ ਮੈਨੂੰ ਨਵਰੀਤ ਦੇ ਜਦੋਂ ਮੈਂ ਭੋਗ ਤੇ ਗਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਿਹੜਾ ਅਸਲ ਕਿਸਾਨ ਅੰਦੋਲਨ ਦਾ ਰੂਟ ਸੀਗਾ ਉੱਥੇ ਬੈਰੀਕੇਡਿੰਗ ਕਰਤੀ ਤੇ ਸਾਨੂੰ ਸਿੱਧਾ ਚੜਾਤਾ ITO ਕ੍ਰਾਸਿੰਗ ਵੱਲ ਨੂੰ। ਹੁਣ ਇਹ ਸਾਰਾ ਕੁਝ ਕੱਲਾ ਇੱਕ ਦੀਪ ਸਿੱਧੂ ਥੋੜੋ ਕਰਾ ਗਿਆ ਵਾ, ਉੱਥੇ ਆਪ ਮੁਹਾਰੇ ਨੌਜਵਾਨ ਪਹੁੰਚ ਗਏ ਸੀਗੇ। ਹੋ ਸਕਦਾ ਉਹਨਾਂ ਤੋਂ ਇਹਨਾਂ ਉਸ ਦੌਰਾਨ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਅਲਟੀਮੇਟਲੀ ਆ ਜਾ ਕੇ ਉਹ ਆਪਣੇ ਬੱਚੇ ਨੇ ਸਾਰੇ, ਚਾਹੇ ਉਹ ਨਵਰੀਤ ਹੈ ਤੇ ਚਾਹੇ ਉਹ ਦੀਪ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਵਾ ਤੇ ਚਾਹੇ ਕੱਲ ਇੱਕ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੁਸ਼ਿਆਰਪੁਰ ਤੋਂ ਜਾਂ ਹੋਰਨਾਂ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ। ਯਾਦ ਰੱਖਿਆ ਜਾਵੇ ਕਿ ਉਹ ਸਾਰੇ ਆਪਣੇ ਹੀ ਨੇ। ਇਸ ਲਈ ਉਹਨਾਂ ਦੀ ਹਿਫਾਜ਼ਤ ਕਰਨਾ, ਉਹਨਾਂ ਨੂੰ ਡਿਫੈਂਡ ਕਰਨਾ, ਉਹਨਾਂ ਦੀ ਲੜਾਈ ਲੜਨਾ ਇਹ ਆਪਣਾ ਨੈਤਿਕ ਫਰਜ਼ ਬਣਦਾ ਵਾ। ਇਸ ਲਈ ਅੱਜ ਦੀ ਮੈਂ ਤੁਹਾਨੂੰ ਸਿਰਫ ਖਬਰ ਦੱਸਣੀ ਸੀ ਕਿ ਨਵਰੀਤ ਦੇ ਸਿਲਸਿਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੌਗਨੀਜੈਂਸ ਲੈਂਦਿਆਂ ਹੋਇਆ 26 ਫਰਵਰੀ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਔਰ CCTV ਫੁਟੇਜ ਔਰ ਸਟੇਟਸ ਰਿਪੋਰਟ ਦਿੱਲੀ ਨੂੰ ਜਿਹੜੇ ਵੀ ਉਹਦੇ ਸਬੂਤ ਸੀਗੇ ਉਹ ਸਾਰੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਪਟੀਸ਼ਨਰ ਨੂੰ ਐਡਵਾਂਸ ਕਾਪੀ ਦੇਣ ਦੀ ਗੱਲ ਕਰ ਦਿੱਤੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਮੈਡਮ ਵਰਿੰਦਾ ਗਰੋਵਰ ਜਿਹੜੇ ਕਿ ਹਿਊਮਨ ਰਾਈਟਸ ਦੇ ਬੜੇ ਅੱਛੇ ਐਡਵੋਕੇਟ ਨੇ, ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਗੱਲ ਨੂੰ ਅੱਗੇ ਵਧਾਇਆ ਵਾ। ਬਲਕਿ ਜਿਹੜੇ ਹੋਰ ਵੀ ਕੋਈ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਅਮਦਾਦ ਦੀ ਲੋੜ ਹੈਗੀ ਆ ਦਿੱਲੀ ਹਾਈ ਕੋਰਟ ਵਿੱਚ ਕਿਤੇ ਵੀ, ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਇਹਨਾਂ ਅੱਛੇ ਵਕੀਲਾਂ ਦੇ ਕੋਲ ਪਹੁੰਚਾ ਸਕੀਏ ਜਿਹੜੇ ਉਹਨਾਂ ਦਾ ਕੇਸ ਸਹੀ ਢੰਗ ਦੇ ਨਾਲ ਲੜ ਸਕਣ। ਵੈਸੇ ਤਾਂ ਆਪਣੇ ਪੰਜਾਬ 'ਚ ਬਹੁਤ ਵੱਡਾ ਜੱਥਾ ਵਕੀਲਾਂ ਦਾ ਬੈਠਾ ਵਾ,
मैं उन्होंने भी शुक्रिया अदा करदा। बट किसी को साडी हेल्प की लोड़ हैगी तो तुसीं मैनूं कॉन्टैक्ट कर सकते हो। तुहाडा सारिਆਂ ਦਾ बहुत बहुत शुक्रिया, धन्यवाद। दोस्तों, तुसीं सारे जानते हो कि नवरीत कतलकांड का मामला आपां सब ने मिल के बहुत जोरदार ढंग नाल उठाया। आपां उहदे भोग ते भी गए रुद्रपुर पिछले दिनों में, और हुण ओह एक इंसाफ मार्च रखिया जिहड़ा कि 13 तारीख नूं पिंड डिबडिबा तो चल के गाजीपुर बॉर्डर ते आवेगा। आपां सब ने उहदे विच भी हिस्सा लेना परसों नूं 13 तारीख नूं। लेकिन इहदे दरमियान एक चंगी खबर भी आ कि नवरीत का सारा जिहड़ा मामला सी, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇੱਕ ਬਹੁਤ ਅੱਛੇ ਐਡਵੋਕੇਟ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ, ਮੈਡਮ ਵਰਿੰਦਾ ਗਰੋਵਰ, ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ। ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲकांड ਦੀ, ਗੋਲੀ ਕਾਂਡ ਦੀ, ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ ਇਹ ਆ ਕਿ ਦਿੱਲੀ ਹਾਈ ਕੋਰਟ ਨੇ ਇਹਦੇ 'ਚ ਨੋਟਿਸ ਇਸ਼ੂ ਕਰਤਾ ਵਾ, ਔਰ ਅਗਲੀ ਤਰੀਕ ਜਿਹੜੀ ਆ 26 ਫਰਵਰੀ ਆ, ਕੋਈ ਬਹੁਤ ਲੰਬੀ ਡੇਟ ਨਹੀਂ। ਇਹਦੇ 'ਚ ਉਹਨਾਂ ਨੇ ਦਿੱਲੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ the court has sought a detailed status report and directed preservation of CCTV footage and other documentary and electronic evidence, and has also directed that advance copy of the status report be served on the petitioner। यानी कि ਜਿਹੜੇ CCTV footage ਸੀਗੀ ਉਸ ਨੂੰ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਤੁਸੀਂ ਸੇਫ ਕਰਕੇ ਰੱਖਣਾ ਵਾ, ਔਰ ਇੱਕ ਸਟੇਟਸ ਰਿਪੋਰਟ ਕੋਰਟ ਦੇ ਮੂਹਰੇ ਫਾਈਲ ਕਰੋ 26 ਫਰਵਰੀ ਤੋਂ ਪਹਿਲਾਂ, ਕਿ ਉਹਦੇ ਸਾਰਾ ਪੁਲਿਸ ਦੱਸੇਗੀ ਕਿ ਉਸ ਦਿਨ ਉਸ ਆਈਟੀਓ ਕ੍ਰਾਸਿੰਗ ਤੇ ਕੀ ਵਾਤਾਵਰਣ ਸੀਗਾ, ਸੀਸੀਟੀਵੀ ਜਿਹੜੇ ਕੀ ਕਹਿੰਦੇ ਨੇ, ਔਰ ਉੱਥੇ ਪੁਲਿਸ ਦਾ ਜਿਹੜਾ ਇੱਕ ਵਰਜ਼ਨ ਹੈਗਾ ਉਹ ਕੋਰਟ ਦੇ ਸਾਹਮਣੇ ਆ ਜਾਏਗਾ। ਸੋ ਕਾਨੂੰਨੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਹਾਲਾਂਕਿ ਇਹਦੇ ਵਿੱਚ ਅਸੂਲਨ ਕੇਂਦਰ ਦੀ ਸਰਕਾਰ ਅਗਰ ਚਾਹੁੰਦੀ ਤਾਂ ਆਪਣੇ ਆਪ ਇੱਕ ਨਿਆਇਕ ਜਾਂਚ ਆਰਡਰ ਕਰ ਸਕਦੀ ਸੀ, ਜੁਡੀਸ਼ੀਅਲ ਇਨਕੁਆਇਰੀ, ਉਹ ਹੋਮ ਮਿਨਿਸਟਰ ਆਫ ਇੰਡੀਆ ਦੇ ਅਧਿਕਾਰ ਖੇਤਰ ਵਿੱਚ ਆ। ਲੇਕਿਨ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਬੀਜੇਪੀ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿਰੁੱਧ ਚੱਲ ਰਹੀ ਆ, ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ, ਔਰ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਪਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀਗਾ ਕਿ ਦਿੱਲੀ ਦੀ ਸਰਕਾਰ, ਅਰਵਿੰਦ ਕੇਜਰੀਵਾਲ ਅਗਰ ਚਾਹੁੰਦਾ ਤਾਂ ਉਹ ਇੱਕ ਜੁਡੀਸ਼ੀਅਲ ਇਨਕੁਆਇਰੀ, ਨਿਆਇਕ ਜਾਂਚ ਆਰਡਰ ਕਰ ਸਕਦੇ ਸੀਗੇ। ਔਰ ਮੈਂ ਉਹਨਾਂ ਨੂੰ ਚਿੱਠੀ ਵੀ ਲਿਖੀ ਔਰ ਬਹੁਤ ਸਾਰੀ ਗੱਲ ਇਹ ਮੀਡੀਆ 'ਚ ਵੀ ਉੱਠੀ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਵੀ ਨਵਰੀਤ ਕਤਲकांड ਦੇ ਵਿੱਚ ਕੋਈ ਨਿਆਇਕ ਜਾਂਚ ਨਹੀਂ ਆਰਡਰ ਕੀਤੀ। ਪਰ ਆਪਾਂ ਸਭ ਨੇ ਆਪਣਾ ਫਰਜ਼ ਸਮਝਦੇ ਹੋਏ ਅਸੀਂ ਉਸ ਦਾ ਜਿਹੜਾ ਮਾਮਲਾ ਵਾ ਹੁਣ ਦਿੱਲੀ ਹਾਈ ਕੋਰਟ ਵਿੱਚ ਲੈ ਕੇ ਜਾ ਚੁੱਕੇ ਹਾਂ, ਔਰ ਮੈਂ ਸਮਝਦਾ ਕਿ 26 ਤਰੀਕ ਨੂੰ ਚਲੋ ਹਲੇ ਅਗਲੀ ਸੁਣਵਾਈ ਹੋਵੇਗੀ, ਹੋ ਸਕਦਾ ਕੁਝ ਟਾਈਮ ਲੱਗ ਸਕਦਾ ਵਾ, ਬਟ ਆਈ ਪਰਸਨਲੀ ਫੀਲ ਕਿ ਇਹਦੇ ਵਿੱਚ ਅਲਟੀਮੇਟਲੀ ਆਪਾਂ ਸਾਰੇ ਜਿਹੜੇ ਹੈਗੇ ਆ ਇਸ ਇੱਕ ਇਨਸਾਫ ਪਸੰਦੀ ਦੀ ਲੜਾਈ ਵਿੱਚ ਇੱਕ ਕਦਮ ਅੱਗੇ ਪਹੁੰਚ ਗਏ। ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਵਿਵਾਦ ਉੱਠਿਆ ਹੋਇਆ ਨਾ, ਬਹੁਤ ਸਾਰੇ ਲੋਕਾਂ ਨੂੰ ਹੁਣ ਫਰੇਮ ਕਰ ਰਹੀ ਆ ਦਿੱਲੀ ਦੀ ਪੁਲਿਸ। ਮੇਰੇ ਆਪਣੇ ਨੈਫਿਊ ਨੂੰ ਇੱਕ ਨੋਟਿਸ ਆਇਆ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਸੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋ ਕੇ ਤੇ ਆਪਣਾ ਆਧਾਰ ਕਾਰਡ ਲੈ ਕੇ ਆਓ, ਆਪਣੀ ਗੱਡੀ ਦੀ ਆਰਸੀ ਲੈ ਕੇ ਆਓ। ਹਾਲਾਂਕਿ ਉਹ ਇੱਕ ਬਿਲਕੁਲ ਨੌਜਵਾਨ ਬੱਚਾ ਵਾ, ਬੇਰਲੀ 19-20-21 ਸਾਲ ਉਹਦੀ ਉਮਰ ਹੈਗੀ ਆ। ਉਹ ਤਾਂ ਉੱਦਾਂ ਜਜ਼ਬੇ ਦੇ ਨਾਲ ਉਸ ਕਿਸਾਨ ਅੰਦੋਲਨ ਵਿੱਚ ਗਿਆ ਸੀਗਾ ਉਸ ਦਿਨ। ਤਾਂ ਇਦਾਂ ਦੇ ਪਤਾ ਨਹੀਂ ਕਿੰਨੇ ਨੋਟਿਸਸ ਹੋਰ ਲੋਕਾਂ ਨੂੰ ਗਏ ਨੇ, ਬਹੁਤ ਵੱਡੇ ਪੱਧਰ ਤੇ FIRs ਦਰਜ ਕਰਤੀਆਂ, 200 ਦੇ ਕਰੀਬ ਬੰਦਾ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ। ਔਰ ਦੀਪ ਸਿੱਧੂ ਜਿਹੜਾ ਕਿ ਇੱਕ ਪੜ੍ਹਿਆ ਲਿਖਿਆ ਇੱਕ ਐਜੂਕੇਟਿਡ ਨੌਜਵਾਨ ਜਿਹੜਾ ਇਸ ਮੋਰਚੇ ਦੇ ਨਾਲ ਜੁੜਿਆ ਸੀ, ਜਿਸ ਤਰ੍ਹਾਂ ਲੱਖਾ ਛਡਾਣਾ ਜੁੜਿਆ ਸੀ ਇਦਾਂ ਦੀਪ ਸਿੱਧੂ ਵੀ ਜੁੜਿਆ ਸੀ, ਉਸ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ। ਤੁਸੀਂ ਸਾਰਿਆਂ ਨੇ ਦੇਖਿਆ, ਔਰ ਕਿੱਦਾਂ ਸਾਡੇ ਸਿਰਾਂ ਦਾ ਮੁੱਲ ਰੱਖਿਆ ਜਾ ਰਿਹਾ। ਇਹ ਮੈਂ ਸਮਝਦਾ ਕਿ ਇੱਕ ਬੜੀ ਵੱਡੀ ਚੁਣੌਤੀ ਆ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵਾਸਤੇ, ਨਾ ਸਿਰਫ ਪੋਲੀਟੀਕਲ ਲੀਡਰਸ਼ਿਪ ਵਾਸਤੇ ਬਲਕਿ ਕਿਸਾਨ ਅੰਦੋਲਨ ਦੇ ਜਿਹੜੇ ਸੰਚਾਲਕ ਨੇ ਉਹਨਾਂ ਵਾਸਤੇ ਵੀ ਚੁਣੌਤੀ ਆ ਕਿ ਜੇ ਆਪਾਂ ਇਦਾਂ ਹੀ ਆਪਣੇ ਨੌਜਵਾਨਾਂ ਨੂੰ ਪੁਲਿਸ ਦੇ ਰਹਿਮੋ ਕਰਮ ਤੇ ਦਿੱਲੀ ਸਰਕਾਰ ਦੇ ਰਹਿਮੋ ਕਰਮ ਤੇ ਬੀਜੇਪੀ ਦੀ ਸਰਕਾਰ ਤੇ ਛੱਡ ਦਿੱਤਾ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਜ਼ਿਆਦਤੀ ਹੋਵੇਗੀ। ਹੋ ਸਕਦਾ ਇਹਨਾਂ ਲੋਕਾਂ ਨੂੰ, ਦੀਪ ਸਿੱਧੂ ਨੂੰ ਵੀ ਉਹਨਾਂ ਨੇ ਮੈਡੀਕਲੀ ਫਿਜ਼ੀਕਲੀ ਟਾਰਚਰ ਕੀਤਾ ਹੋਵੇ ਜਾਂ ਮੈਂਟਲ ਟਾਰਚਰ ਕੀਤਾ ਹੋਵੇ, ਪਰ ਮੈਂ ਸਮਝਦਾ ਕਿ ਆਪਣੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਵਾ ਕਿ ਆਪਾਂ ਇਹਨਾਂ ਨੂੰ ਡਿਫੈਂਡ ਕਰੀਏ ਸਭ ਨੂੰ। ਜਿੱਦਾਂ ਅਸੀਂ ਨਵਰੀਤ ਦਾ ਕੇਸ ਅਦਾਲਤ ਵਿੱਚ ਲੈ ਕੇ ਗਏ ਆ, ਇਦਾਂ ਹੋਰ ਕੁਝ ਨਹੀਂ ਤਾਂ ਕਿਸਾਨ ਅੰਦੋਲਨ ਦੇ ਆਗੂਆਂ ਨੂੰ
ਇਹ ਸਾਰੇ ਜਿਹੜੇ ਨੌਜਵਾਨ ਫੜੇ ਗਏ ਨੇ ਇਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ। ਇਹਨਾਂ ਨੂੰ ਪਹਿਲਾਂ ਤਾਂ ਅਪਣਾਉਣਾ ਚਾਹੀਦਾ ਵਾ। ਨਵਰੀਤ ਸਿੰਘ ਦੇ ਕਤਲ ਨੂੰ ਅੱਜ ਤੱਕ ਉਹਨਾਂ ਨੇ ਹਲੇ ਉਨਾਪ ਨਹੀਂ ਕੀਤਾ ਕਿ ਇਹ ਨੌਜਵਾਨ ਸਾਡੇ 26 ਤਰੀਕ ਦੇ ਟਰੈਕਟਰ ਪਰੇਡ ਵਿੱਚ ਮਾਰਿਆ ਗਿਆ। ਨਵਰੀਤ ਦਾ ਕੋਈ ਜ਼ਾਤੀ ਕੰਮ ਨਹੀਂ ਸੀਗਾ। ਇਸ ਲਈ ਜਦੋਂ ਆਪਾਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਤਾਂ ਫਿਰ ਇੱਕ ਸੈਂਸ ਆਫ ਡਿਮੋਰਲਾਈਜੇਸ਼ਨ ਜਾਂਦੀ ਹੈ ਪੰਜਾਬ ਦੇ ਵਿੱਚ। ਔਰ ਯਾਦ ਰਹੇ ਕਿ ਇਹੀ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਮੌਜੂਦਾ ਕਿਸਾਨ ਅੰਦੋਲਨ ਨੂੰ ਦਿੱਲੀ ਦੀ ਬਰੂਹਾਂ ਦੇ ਉੱਤੇ ਬਾਰਡਰ ਦੇ ਉੱਤੇ ਪਹੁੰਚਾਇਆ। ਵਰਨਾ ਆਪਣੇ ਜਿਹੜੇ ਬਜ਼ੁਰਗ ਤੇ ਅੱਛੀ ਲੀਡਰਸ਼ਿਪ ਜਿਹੜੀ ਮੈਚੁਰਡ ਉਹ ਤਾਂ ਕਹਿੰਦੇ ਸੀ ਅਸੀਂ ਜਿੱਥੇ ਸਾਨੂੰ ਸਰਕਾਰ ਬਿਠਾਵੇਗੀ ਅਸੀਂ ਬੈਠ ਜਾਵਾਂਗੇ, ਲੇਕਿਨ ਪਿੱਛੋਂ ਨੌਜਵਾਨਾਂ ਨੇ ਧੱਕਾ ਮਾਰਿਆ ਤੇ ਦਿੱਲੀ ਦੇ ਬਾਰਡਰ ਤੱਕ ਆਪਾਂ ਲੈ ਗਏ। ਇਸ ਲਈ ਉਹਨਾਂ ਨੂੰ ਦਿੱਲੀ ਬੀਜੇਪੀ ਸਰਕਾਰ ਦੇ ਰਹਿਮੋ ਕਰਮ ਤੇ ਛੱਡਣਾ ਜਾਂ ਉਹਨਾਂ ਤੇ ਪਰਚੇ ਦਰਜ ਹੋ ਜਾਣੇ, ਜੇਲ੍ਹਾਂ ਵਿੱਚ ਛੁੱਟੇ ਜਾਣਾ ਤੇ ਆਪਾਂ ਉਹਨਾਂ ਦੀ ਬਾਤ ਨਾ ਪੁੱਛਣਾ, ਐਵੇਂ ਕੋਈ ਛੋਟਾ ਮੋਟਾ ਕਾਰਨ ਲੱਭ ਕੇ ਕੋਈ 2-4 ਫੋਟੋਆਂ ਲੱਭ ਕੇ ਕਿ ਜੀ ਇਹ ਸਨੀ ਦਿਓਲ ਦੇ ਨਾਲ ਫੋਟੋਆਂ ਨੇ ਜਾਂ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਫੋਟੋਆਂ, ਉਹ ਤਾਂ ਸਨੀ ਦਿਓਲ ਦਾ ਤਾਂ ਉਹ ਰਿਸ਼ਤੇਦਾਰ ਉਹ ਕਿਦੋਂ ਡਿਨਾਈ ਕਰਦਾ ਵਾ। ਇਸ ਲਈ ਉਹਨੂੰ ਗਦਾਰ ਐਲਾਨ ਦੇਣਾ ਜਾਂ ਉਸ ਨੂੰ ਬੀਜੇਪੀ ਦਾ ਏਜੰਟ ਕਹਿਣਾ, ਪਹਿਲਾਂ ਅੱਛੀ ਤਰ੍ਹਾਂ ਸਾਰੀ ਤਸਵੀਰ ਨੂੰ ਅੱਛੀ ਤਰ੍ਹਾਂ ਦੇਖਣਾ ਚਾਹੀਦਾ ਕਿ ਉਹਦਾ ਰੋਲ ਕੀ ਸੀਗਾ। ਮੈਂ ਸਮਝਦਾ ਵਾਂ ਕਿ ਉਦੋਂ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ 'ਚ ਸ਼ਰਾਰਤ ਥੋੜੀ ਦਿੱਲੀ ਪੁਲਿਸ ਦੀ ਸੀਗੀ ਕਿ ਉਹਨਾਂ ਨੇ ਜਿੱਦਾਂ ਗਾਜ਼ੀਪੁਰ ਵਾਲੇ ਸਾਈਡ ਤੋਂ ਮੈਨੂੰ ਨਵਰੀਤ ਦੇ ਜਦੋਂ ਮੈਂ ਭੋਗ ਤੇ ਗਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਉਹਨਾਂ ਨੇ ਜਿਹੜਾ ਅਸਲ ਕਿਸਾਨ ਅੰਦੋਲਨ ਦਾ ਰੂਟ ਸੀਗਾ ਉੱਥੇ ਬੈਰੀਕੇਡਿੰਗ ਕਰਤੀ ਤੇ ਸਾਨੂੰ ਸਿੱਧਾ ਚੜਾਤਾ ਆਈਟੀਓ ਕ੍ਰਾਸਿੰਗ ਵੱਲ ਨੂੰ। ਹੁਣ ਇਹ ਸਾਰਾ ਕੁਝ ਕੱਲਾ ਇੱਕ ਦੀਪ ਸਿੱਧੂ ਥੋੜੋ ਕਰਾ ਗਿਆ ਵਾ। ਉੱਥੇ ਆਪ ਮੁਹਾਰੇ ਨੌਜਵਾਨ ਪਹੁੰਚ ਗਏ ਸੀਗੇ। ਹੋ ਸਕਦਾ ਉਹਨਾਂ ਤੋਂ ਇਹਨਾਂ ਉਸ ਦੌਰਾਨ ਕੁਝ ਗਲਤੀਆਂ ਹੋਈਆਂ ਹੋਣਗੀਆਂ, ਪਰ ਅਲਟੀਮੇਟਲੀ ਆ ਜਾ ਕੇ ਉਹ ਆਪਣੇ ਬੱਚੇ ਨੇ ਸਾਰੇ, ਚਾਹੇ ਉਹ ਨਵਰੀਤ ਹੈ ਤੇ ਚਾਹੇ ਉਹ ਦੀਪ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਵਾ ਤੇ ਚਾਹੇ ਕੱਲ ਇੱਕ ਜਥੇਦਾਰ ਸਾਹਿਬ ਨੂੰ ਅਰੈਸਟ ਕੀਤਾ ਹੁਸ਼ਿਆਰਪੁਰ ਤੋਂ ਜਾਂ ਹੋਰਨਾਂ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ। ਯਾਦ ਰੱਖਿਆ ਜਾਵੇ ਕਿ ਉਹ ਸਾਰੇ ਆਪਣੇ ਹੀ ਨੇ। ਇਸ ਲਈ ਉਹਨਾਂ ਦੀ ਹਿਫਾਜ਼ਤ ਕਰਨਾ, ਉਹਨਾਂ ਨੂੰ ਡਿਫੈਂਡ ਕਰਨਾ, ਉਹਨਾਂ ਦੀ ਲੜਾਈ ਲੜਨਾ ਇਹ ਆਪਣਾ ਨੈਤਿਕ ਫਰਜ਼ ਬਣਦਾ ਵਾ। ਇਸ ਲਈ ਅੱਜ ਦੀ ਮੈਂ ਤੁਹਾਨੂੰ ਸਿਰਫ ਖਬਰ ਦੱਸਣੀ ਸੀ ਕਿ ਨਵਰੀਤ ਦੇ ਸਿਲਸਿਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੌਗਨੀਜੈਂਸ ਲੈਂਦਿਆਂ ਹੋਇਆ 26 ਫਰਵਰੀ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਔਰ ਸੀਸੀਟੀਵੀ ਫੁਟੇਜ ਔਰ ਸਟੇਟਸ ਰਿਪੋਰਟ ਦਿੱਲੀ ਨੂੰ ਜਿਹੜੇ ਵੀ ਉਹਦੇ ਸਬੂਤ ਸੀਗੇ ਉਹ ਸਾਰੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਨਾਲ ਪਟੀਸ਼ਨਰ ਨੂੰ ਐਡਵਾਂਸ ਕਾਪੀ ਦੇਣ ਦੀ ਗੱਲ ਕਰ ਦਿੱਤੀ ਹੈ। ਮੈਂ ਸ਼ੁਕਰੀਆ ਅਦਾ ਕਰਦਾ ਮੈਡਮ ਵਰਿੰਦਾ ਗਰੋਵਰ ਜਿਹੜੇ ਕਿ ਹਿਊਮਨ ਰਾਈਟਸ ਦੇ ਬੜੇ ਅੱਛੇ ਐਡਵੋਕੇਟ ਨੇ। ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਇਹ ਗੱਲ ਨੂੰ ਅੱਗੇ ਵਧਾਇਆ ਵਾ। ਬਲਕਿ ਜਿਹੜੇ ਹੋਰ ਵੀ ਕੋਈ ਸਮਝਦੇ ਨੇ ਕਿ ਲੋਕਾਂ ਨੂੰ ਕੁਝ ਅਮਦਾਦ ਦੀ ਲੋੜ ਹੈਗੀ ਆ ਦਿੱਲੀ ਹਾਈ ਕੋਰਟ ਵਿੱਚ ਕਿਤੇ ਵੀ, ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ ਇਹਨਾਂ ਅੱਛੇ ਵਕੀਲਾਂ ਦੇ ਕੋਲ ਪਹੁੰਚਾ ਸਕੀਏ ਜਿਹੜੇ ਉਹਨਾਂ ਦਾ ਕੇਸ ਸਹੀ ਢੰਗ ਦੇ ਨਾਲ ਲੜ ਸਕਣ। ਵੈਸੇ ਤਾਂ ਆਪਣੇ ਪੰਜਾਬ 'ਚ ਬਹੁਤ ਵੱਡਾ ਜੱਥਾ ਵਕੀਲਾਂ ਦਾ ਬੈਠਾ ਵਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ, ਬਟ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੈਗੀ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਨਵਰੀਤ ਕਤਲ ਕਾਂਡ ਦਾ ਮਾਮਲਾ ਆਪਾਂ ਸਭ ਨੇ ਮਿਲ ਕੇ ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ। ਆਪਾਂ ਉਹਦੇ ਭੋਗ ਤੇ ਵੀ ਗਏ ਰੁਦਰਪੁਰ ਪਿਛਲੇ ਦਿਨਾਂ ਵਿੱਚ ਔਰ ਹੁਣ ਉਹ ਇੱਕ ਇਨਸਾਫ ਮਾਰਚ ਰੱਖਿਆ ਜਿਹੜਾ ਕਿ 13 ਤਾਰੀਖ ਨੂੰ ਪਿੰਡ ਡਿਬਡਿਬਾ ਤੋਂ ਚੱਲ ਕੇ ਗਾਜ਼ੀਪੁਰ ਬਾਰਡਰ ਤੇ ਆਵੇਗਾ। ਆਪਾਂ ਸਭ ਨੇ ਉਹਦੇ ਵਿੱਚ ਵੀ ਹਿੱਸਾ ਲੈਣਾ ਪਰਸੋਂ ਨੂੰ 13 ਤਾਰੀਖ ਨੂੰ। ਲੇਕਿਨ ਇਹਦੇ ਦਰਮਿਆਨ ਇੱਕ ਚੰਗੀ ਖਬਰ ਵੀ ਆ ਕਿ ਨਵਰੀਤ ਦਾ ਸਾਰਾ ਜਿਹੜਾ ਮਾਮਲਾ ਸੀ, ਅਸੀਂ ਹਰਦੀਪ ਸਿੰਘ ਜੀ ਡਿਬਡਿਬਾ ਜਿਹੜੇ ਉਹਦੇ ਗ੍ਰੈਂਡਫਾਦਰ ਨੇ, ਅਸੀਂ ਸਭ ਨੇ ਮਿਲ ਕੇ ਤੇ ਦਿੱਲੀ ਪ੍ਰਸ਼ਾਂਤ ਭੂਸ਼ਣ ਨਾਲ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇੱਕ ਬਹੁਤ ਅੱਛੇ ਐਡਵੋਕੇਟ ਨੇ ਜਿਹੜੇ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ, ਮੈਡਮ ਵਰਿੰਦਾ ਗਰੋਵਰ, ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੱਕ ਹੀ ਬਹੁਤ ਉਹਨਾਂ ਨੂੰ ਆਪ ਇਸ ਕੇਸ ਨਾਲ ਇੰਨਾ ਲਗਾਓ ਸੀਗਾ ਜਾਂ ਇਨਸਾਫ ਵਾਸਤੇ ਇੰਨੇ ਉਹ ਤੀਬਰ ਸੀਗੇ ਕਿ ਉਹਨਾਂ ਨੇ ਸਾਡੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪਟੀਸ਼ਨ ਤਿਆਰ ਕਰ ਲਈ ਸੀ। ਬਹੁਤ ਤੇਜ਼ੀ ਦੇ ਨਾਲ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਜਿਹੜੀ ਸੀ ਨਵਰੀਤ ਕਤਲ ਕਾਂਡ ਦੀ, ਗੋਲੀ ਕਾਂਡ ਦੀ, ਜਿਹੜਾ 26 ਜਨਵਰੀ ਆਈਟੀਓ ਕ੍ਰਾਸਿੰਗ ਤੇ ਉਹ ਮਾਰਿਆ ਗਿਆ ਸੀਗਾ, ਉਸ ਦਾ ਉਹਨਾਂ ਨੇ ਪਟੀਸ਼ਨ ਦਾਇਰ ਕਰਤੀ ਸੀ ਦਿੱਲੀ ਦੇ ਹਾਈ ਕੋਰਟ 'ਚ। ਔਰ ਇਹਦੇ ਚੰਗੀ ਖਬਰ